ਜੇ ਤੁਸੀਂ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡੀਅਨ ਟੈਰੀਟਰੀ 'ਤੇ ਇਸ ਲਈ ਅਸੈਸੀਨੇਟ ਕਰ ਦਿੰਦੇ ਹੋ ਕਿ ਉਹ ਇੰਡੀਆ ਦੇ ਖਿਲਾਫ ਬੋਲਦਾ ਹੈ ਜਾਂ ਪ੍ਰੋ ਸਿੱਖ ਹੈ ਜਾਂ ਕੋਈ ਐਸੀ ਆਰਗੇਨਾਈਜੇਸ਼ਨ ਨੂੰ ਹੈਡ ਕਰਦਾ ਹੈ ਜਿਹੜਾ ਕਿ ਇੰਡੀਅਨ ਗਵਰਨਮੈਂਟ ਨੇ ਬੈਨ ਕੀਤੀ ਹੋਈ ਹੈ। ਜਿੰਨਾ ਮਰਜ਼ੀ ਤੁਸੀਂ, ਜੇ ਉਹ ਕੈਨੇਡੀਅਨ ਸੋਇਲ 'ਤੇ ਉਹਨੇ ਕੋਈ ਕ੍ਰਾਈਮ ਨਹੀਂ ਕੀਤਾ ਔਰ ਦੂਸਰੀ ਸਰਕਾਰ ਉਹਨੂੰ ਅਸੈਸੀਨੇਟ ਕਰ ਸਕੇ ਜੇ ਉਹਨਾਂ ਕੋਲ ਐਵੀਡੈਂਸ ਹੈ, ਕਿਉਂਕਿ ਮੇਰੇ ਹਿਸਾਬ ਨਾਲ ਕੈਨੇਡੀਅਨ ਗਵਰਨਮੈਂਟ ਨੇ ਇਹ ਮੁੱਦਾ ਨਹੀਂ ਸੀ ਚੁੱਕਣਾ ਜੇ ਉਹਨਾਂ ਕੋਲ ਕੋਈ ਸਬੂਤ ਨਾ ਹੁੰਦਾ। ਇਹ ਟੈਕਟਿਕਸ ਤਾਂ ਇਜ਼ਰਾਈਲ ਨੇ ਸ਼ੁਰੂ ਕੀਤੇ ਸੀ। ਉਹਨਾਂ ਨੇ ਯਾਸਰ ਅਰਾਫਤ ਨੂੰ ਅਸੈਸੀਨੇਟ ਕਰਾਇਆ ਪੋਇਜ਼ਨ ਦੇ ਕੇ। ਇਹ ਟੈਕਟਿਕ ਸਭ ਤੋਂ ਬਦਨਾਮ ਸਰਕਾਰਾਂ ਜਿੱਦਾਂ KGB ਕਰਦੀ ਸੀ ਰਸ਼ੀਆ ਦੀ, ਹਾਲੇ ਵੀ ਕਰਦੀ ਹੈ। ਪੈਗਾਸਸ ਸੌਫਟਵੇਅਰ ਇਜ਼ਰਾਈਲ ਤੋਂ ਲੈ ਕੇ ਇਹਨਾਂ ਨੇ ਕਿੰਨੇ ਜਿਹੜੇ ਕਹਿ ਲਓ ਹੋਣਹਾਰ ਕਹਿ ਲਓ, ਕਿੰਨੇ ਇਮਾਨਦਾਰ ਕਹਿ ਲਓ, ਕਿੰਨੇ ਹਿੰਮਤਵਾਨ ਐਕਟਿਵਿਸਟ ਨੂੰ ਝੂਠਾ ਕੇਸ ਫਸਾ ਕੇ ਉਹਨਾਂ ਦੇ ਕੰਪਿਊਟਰ ਵਿੱਚ ਪਾ ਕੇ ਲੈਟਰਾਂ ਚਿੱਠੀਆਂ ਕਿ ਜੇ ਪ੍ਰਾਈਮ ਮਿਨਿਸਟਰ ਨੂੰ ਮਾਰਨਾ ਚਾਹੁੰਦੇ ਨੇ ਉਹਨਾਂ ਨੂੰ ਕੋਈ 4-5 ਸਾਲ ਤੋਂ ਜੇਲ੍ਹ ਵਿੱਚ ਰੱਖਿਆ ਹੋਇਆ। ਉਸ ਕੰਟਰੀ ਦੇ ਹਿਸਾਬ ਨਾਲ ਬਿਲਕੁਲ ਟੈਰਰਿਸਟ ਐਕਟ ਹੈ। ਸਿੱਖਾਂ ਦੇ ਮੁਤਾਬਿਕ ਵੀ ਬਿਲਕੁਲ ਟੈਰਰਿਸਟ ਐਕਟ ਹੈ। ਉਹਨਾਂ ਦਾ ਡਿਫਰੈਂਸ ਹੋ ਸਕਦਾ ਹੈ, ਉਹ ਜੋ ਮਰਜ਼ੀ ਕਹਿੰਦੇ ਰਹਿਣ, ਤੁਸੀਂ ਤੁਹਾਡੇ ਕੋਲ ਇੰਨੇ ਰਿਸੋਰਸਿਸ ਹੈ ਟੂ ਟੈਕਲ ਦੈਮ, ਮਗਰ ਜੋ ਤੁਸੀਂ ਉਹਨੂੰ ਟੈਰਰਿਸਟ ਕਹਿ ਕੇ ਟੈਰਰਿਸਟ ਐਕਟ ਆਪ ਕਰ ਰਹੇ ਹੋ, ਕਹਿ ਤੁਸੀਂ ਉਹਨੂੰ ਟੈਰਰਿਸਟ ਕਹਿ ਰਹੇ ਹੋ, ਟੈਰਰਿਸਟ ਐਕਟ ਤੁਸੀਂ ਕੀਤਾ। ਅਤੇ ਇਸ ਕਰਕੇ ਮੈਨੂੰ ਲੱਗਦਾ ਕਿ ਵਾਕਈ ਸੀਰੀਅਸ ਗੱਲ ਹੈ, ਬਹੁਤ ਸੀਰੀਅਸ ਗੱਲ ਹੈ। ਸਾਰੇ ਦਰਸ਼ਕਾਂ ਦਾ ਮੇਜਰ ਸਿੰਘ ਪੰਜਾਬੀ ਵੱਲੋਂ ਭਰਵਾਂ ਸਵਾਗਤ ਹੈ ਅਤੇ ਅਸੀਂ ਗੱਲ ਕਰਾਂਗੇ ਭਾਰਤ ਅਤੇ ਕੈਨੇਡਾ ਦੇ ਵਿਗੜ ਰਹੇ ਰਿਸ਼ਤਿਆਂ ਦੇ ਉੱਪਰ, ਕਿਉਂਕਿ ਬਹੁਤ ਹੀ ਹੜਕੰਪ ਮਚ ਚੁੱਕਿਆ, ਬਹੁਤ ਹੀ ਰੌਲਾ ਪੈ ਰਿਹਾ, ਹਰ ਪਾਸੇ ਹਾਹਾਕਾਰ ਮਚ ਰਹੀ ਹੈ। ਕਿਉਂ ਮਚ ਰਹੀ ਹੈ, ਅਸਲ ਵਿੱਚ ਹੈ ਕੀ ਹੈ ਇਹ? ਇਹਦੇ ਸੰਬੰਧ ਵਿੱਚ ਅਸੀਂ ਗੱਲ ਕਰਾਂਗੇ ਐਡਵੋਕੇਟ ਰਾਜਵਿੰਦਰ ਸਿੰਘ ਜੀ ਬੈਂਸ ਉਹਨਾਂ ਦੇ ਨਾਲ, ਜੋ ਕਿ ਮਨੁੱਖੀ ਅਧਿਕਾਰਾਂ ਦੇ ਕੇਸ ਵੀ ਅਕਸਰ ਲੜਦੇ ਰਹਿੰਦੇ ਨੇ। ਸੋ ਆਓ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਰਾਜਵਿੰਦਰ ਜੀ। ਬੜਾ ਜਿਹੜਾ ਇਹ ਹੁਣ ਭੰਬਲ ਭੁੱਸਾ ਪੈ ਰਿਹਾ, ਵੈਸੇ ਤਾਂ ਜਦੋਂ ਦੀ BJP ਸਰਕਾਰ ਕੇਂਦਰ ਦੇ ਵਿੱਚ ਆਈ ਹੈ ਉਦੋਂ ਤੋਂ ਲੈ ਕੇ ਰੋਜ਼ ਨਵੇਂ ਤੋਂ ਨਵਾਂ ਕੋਈ ਨਾ ਕੋਈ ਜਿਹੜਾ ਕਿ ਰੌਲਾ ਪੈਂਦਾ ਰਹਿੰਦਾ ਹੈ। ਕਦੇ ਇੱਕ ਚੋਣ ਅਤੇ ਇੱਕ ਭਾਰਤ, ਕਦੇ ਕੁਛ, ਕਦੇ ਪੂਰੇ ਭਾਰਤ ਦੇ ਉੱਪਰ ਜਿਹੜੇ ਆ ਕਿ 15 ਅਗਸਤ ਨੂੰ ਝੰਡੇ ਲਗਾਏ ਜਾਣ, ਤਿਰੰਗੇ ਲਗਾਏ ਜਾਣ। ਸੋ ਉਹਨਾਂ ਨੂੰ ਲੈ ਕੇ ਹਰ ਤਰ੍ਹਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜਾ ਕਿ ਵਫਾਦ ਛਿੜਿਆ ਹੀ ਰਹਿੰਦਾ ਹੈ, ਰੋਜ਼ ਲੜਾਈਆਂ ਝਗੜੇ ਹੁੰਦੇ ਨੇ। ਸੋ 2024 ਦੇ ਵਿੱਚ ਲੋਕ ਸਭਾ ਚੋਣਾਂ ਵੀ ਆ ਰਹੀਆਂ ਨੇ, ਕੀ ਉਹਨਾਂ ਨੂੰ ਲੈ ਕੇ ਤਾਂ ਨਹੀਂ ਸਾਰਾ ਕੁਛ ਕੀਤਾ ਜਾ ਰਿਹਾ? ਜਿਹੜਾ ਹੁਣ ਭਾਰਤ ਅਤੇ ਕੈਨੇਡਾ ਦੇ ਵਿੱਚ ਕਲੇਸ਼ ਛਿੜ ਗਿਆ ਆ, ਉਹ ਕਿੱਥੇ ਲੈ ਕੇ ਜਾਏਗਾ ਪੰਜਾਬ ਨੂੰ, ਭਾਰਤ ਨੂੰ ਅਤੇ ਕੈਨੇਡਾ ਵਾਸਤੇ ਲੋਕਾਂ ਨੂੰ? ਜਿਹੜਾ ਕੈਨੇਡਾ ਨੇ ਮੁੱਦਾ ਉਠਾਇਆ ਹੈ ਤਾਂ ਬੜਾ ਸੀਰੀਅਸ। ਜੇ ਤੁਸੀਂ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡੀਅਨ ਟੈਰੀਟਰੀ 'ਤੇ ਇਸ ਲਈ ਅਸੈਸੀਨੇਟ ਕਰ ਦਿੰਦੇ ਹੋ ਕਿ ਉਹ ਇੰਡੀਆ ਦੇ ਖਿਲਾਫ ਬੋਲਦਾ ਹੈ ਜਾਂ ਪ੍ਰੋ ਸਿੱਖ ਹੈ ਜਾਂ ਕੋਈ ਐਸੀ ਆਰਗੇਨਾਈਜੇਸ਼ਨ ਨੂੰ ਹੈਡ ਕਰਦਾ ਹੈ ਜਿਹੜਾ ਕਿ ਇੰਡੀਅਨ ਗਵਰਨਮੈਂਟ ਨੇ ਬੈਨ ਕੀਤੀ ਹੋਈ ਹੈ। ਜਿੰਨਾ ਮਰਜ਼ੀ ਤੁਸੀਂ, ਜੇ ਉਹ ਕੈਨੇਡੀਅਨ ਸੋਇਲ 'ਤੇ ਉਹਨੇ ਕੋਈ ਕ੍ਰਾਈਮ ਨਹੀਂ ਕੀਤਾ ਔਰ ਦੂਸਰੀ ਸਰਕਾਰ ਉਹਨੂੰ ਅਸੈਸੀਨੇਟ ਕਰ ਸਕੇ ਜੇ ਉਹਨਾਂ ਕੋਲ ਐਵੀਡੈਂਸ ਹੈ, ਕਿਉਂਕਿ ਮੇਰੇ ਹਿਸਾਬ ਨਾਲ ਕੈਨੇਡੀਅਨ ਗਵਰਨਮੈਂਟ ਨੇ ਇਹ ਮੁੱਦਾ ਨਹੀਂ ਸੀ ਚੁੱਕਣਾ ਜੇ ਉਹਨਾਂ ਕੋਲ ਕੋਈ ਸਬੂਤ ਨਾ ਹੁੰਦਾ। ਇਹ ਟੈਕਟਿਕਸ ਤਾਂ ਇਜ਼ਰਾਈਲ ਨੇ ਸ਼ੁਰੂ ਕੀਤੇ ਸੀ। ਉਹਨਾਂ ਨੇ ਯਾਸਰ ਅਰਾਫਤ ਨੂੰ ਅਸੈਸੀਨੇਟ ਕਰਾਇਆ ਪੋਇਜ਼ਨ ਦੇ ਕੇ। ਇਹ ਟੈਕਟਿਕ ਸਭ ਤੋਂ ਬਦਨਾਮ ਸਰਕਾਰਾਂ ਜਿੱਦਾਂ KGB ਕਰਦੀ ਸੀ ਰਸ਼ੀਆ ਦੀ, ਹਾਲੇ ਵੀ ਕਰਦੀ ਹੈ। ਅਤੇ ਹੁਣ ਇੰਡੀਆ ਦੀ ਜਿਹੜੀ ਇੰਟੈਲੀਜੈਂਸ ਏਜੰਸੀਆਂ ਦਾ ਜਿਉਂ-ਜਿਉਂ ਇਜ਼ਰਾਈਲ ਨਾਲ ਜ਼ਿਆਦਾ ਰਿਸ਼ਤਾ ਹੋਇਆ, ਕਿਉਂਕਿ ਜਦੋਂ ਦੀ BJP ਆਈ ਹੈ ਅਸੀਂ ਐਰਬ ਵਰਲਡ ਦੇ ਵਿੱਚ ਇਜ਼ਰਾਈਲ ਵੱਲ ਜ਼ਿਆਦਾ ਚਲੇ ਗਏ। ਹਾਲਾਂਕਿ ਇਜ਼ਰਾਈਲ ਐਟਰੋਸ਼ੀਅਸ ਹੈ, ਸਭ ਤੋਂ ਧੱਕਾ ਕੀਤਾ ਉਹਨਾਂ ਮਿਡਲ ਈਸਟ ਵਿੱਚ। ਉਸ ਦੇ ਬਾਵਜੂਦ ਇੰਡੀਅਨ ਗਵਰਨਮੈਂਟ ਜਿਹੜੀ ਕਿ ਟਰਡੀਸ਼ਨਲ ਪ੍ਰੋ ਅਰਬ ਹੁੰਦੀ ਸੀ, ਉਹ ਟਵਰਡਸ ਪ੍ਰੋ ਇਜ਼ਰਾਈਲ ਹੋ ਗਈ ਹੈ। ਔਰ ਇਜ਼ਰਾਈਲ ਇੰਟੈਲੀਜੈਂਸ ਏਜੰਸੀਆਂ ਦਾ ਆਫਿਸ ਹੀ ਪ੍ਰੈਜ਼ੈਂਸ ਹੀ ਵੱਧ ਗਈ ਇੰਡੀਆ ਦੇ ਵਿੱਚ। ਉਹਨਾਂ ਤੋਂ ਇਹਨਾਂ ਨੇ ਕੁਛ ਸਿੱਖ ਵੀ ਲਿਆ। ਆਫਟਰ ਆਲ ਤੁਸੀਂ ਦੇਖ ਸਕਦੇ ਹੋ ਪੈਗਾਸਸ ਸੌਫਟਵੇਅਰ ਇਜ਼ਰਾਈਲ ਤੋਂ ਲੈ ਕੇ ਇਹਨਾਂ ਨੇ ਕਿੰਨੇ ਜਿਹੜੇ ਕਹਿ ਲਓ ਹੋਣਹਾਰ ਕਹਿ ਲਓ, ਕਿੰਨੇ ਇਮਾਨਦਾਰ ਕਹਿ ਲਓ, ਕਿੰਨੇ ਹਿੰਮਤਵਾਨ ਐਕਟਿਵਿਸਟ ਨੂੰ ਝੂਠਾ ਕੇਸ ਫਸਾ ਕੇ ਉਹਨਾਂ ਦੇ ਕੰਪਿਊਟਰ ਵਿੱਚ ਪਾ ਕੇ ਲੈਟਰਾਂ ਚਿੱਠੀਆਂ ਕਿ ਜੇ ਪ੍ਰਾਈਮ ਮਿਨਿਸਟਰ ਨੂੰ ਮਾਰਨਾ ਚਾਹੁੰਦੇ ਨੇ ਉਹਨਾਂ ਨੂੰ ਕੋਈ 4-5 ਸਾਲ ਤੋਂ ਜੇਲ੍ਹ ਵਿੱਚ ਰੱਖਿਆ ਹੋਇਆ। ਸੋ ਇਹਨਾਂ ਦੀ ਜਿਹੜੀ ਇਜ਼ਰਾਈਲ ਨਾਲ ਕੋਆਪਰੇਸ਼ਨ ਹੈ ਉਹਦਾ ਸਿੱਧਾ ਇੰਪੈਕਟ ਹੈ ਜਿਹੜਾ ਕਿ ਇਹਨਾਂ ਨੇ ਹੁਣ ਕਿਲਿੰਗਸ ਸ਼ੁਰੂ ਕਰਤੀਆਂ, ਕਿਉਂਕਿ ਅੱਗੇ ਵੀ ਰਾਹ ਆਪਰੇਟ ਕਰਦੇ ਸੀ। ਸਾਰੀਆਂ ਕੰਟਰੀਆਂ ਦੇ ਵਿੱਚ ਇੰਟੈਲੀਜੈਂਸ ਏਜੰਸੀਆਂ ਹੁੰਦੀਆਂ,
ਮਗਰ ਇੱਕ ਤਾਂ ਹੁੰਦਾ ਕਿ ਤੁਸੀਂ ਉਹਨਾਂ 'ਤੇ ਇਨਫਲੂਐਂਸ ਕਰੋ, ਦੂਸਰੀ ਕੰਟਰੀ ਦੇ ਵਿੱਚ ਲੌਬਿੰਗ ਕਰੋ, ਉਹਨਾਂ 'ਤੇ ਨਜ਼ਰ ਰੱਖੋ, ਇਨਫੋਰਮ ਕਰੋ ਕਿਸੇ ਨੂੰ ਵੀਜ਼ਾ ਦੇਣਾ ਨਹੀਂ ਦੇਣਾ, ਉਹ ਤਾਂ ਇੱਕ ਅੰਬੈਸੀ ਦਾ ਲੈਜੀਟੀਮੇਟ ਕੰਮ ਹੈ। ਮਗਰ ਜਦੋਂ ਇਹ ਕੰਮ 'ਤੇ ਤੁਸੀਂ ਅਸੈਸੀਨੇਸ਼ਨ 'ਤੇ ਆ ਜਾਂਦੇ ਹੋ, ਫਿਰ ਤੁਸੀਂ ਇੱਕ ਟੈਰਰਿਸਟ ਐਕਟ ਕਰਦੇ ਹੋ। ਉਸ ਕੰਟਰੀ ਦੇ ਹਿਸਾਬ ਨਾਲ ਬਿਲਕੁਲ ਟੈਰਰਿਸਟ ਐਕਟ ਹੈ। ਸਿੱਖਾਂ ਦੇ ਮੁਤਾਬਿਕ ਵੀ ਬਿਲਕੁਲ ਟੈਰਰਿਸਟ ਐਕਟ ਹੈ। ਉਹਨਾਂ ਦਾ ਡਿਫਰੈਂਸ ਹੋ ਸਕਦਾ ਹੈ, ਉਹ ਜੋ ਮਰਜ਼ੀ ਕਹਿੰਦੇ ਰਹਿਣ, ਤੁਸੀਂ ਤੁਹਾਡੇ ਕੋਲ ਇੰਨੇ ਰਿਸੋਰਸਿਸ ਹੈ ਟੂ ਟੈਕਲ ਦੈਮ। ਮਗਰ ਜੋ ਤੁਸੀਂ ਉਹਨੂੰ ਟੈਰਰਿਸਟ ਕਹਿ ਕੇ ਟੈਰਰਿਸਟ ਐਕਟ ਆਪ ਕਰ ਰਹੇ ਹੋ, ਤੁਸੀਂ ਉਹਨੂੰ ਟੈਰਰਿਸਟ ਕਰ ਰਹੇ ਹੋ, ਟੈਰਰਿਸਟ ਐਕਟ ਤੁਸੀਂ ਕੀਤਾ। ਅਤੇ ਇਹ ਮੁੱਦਾ ਕੈਨੇਡੀਅਨ ਪਾਰਲੀਮੈਂਟ ਨੇ ਜਿਹੜਾ ਚੁੱਕਿਆ ਹੈ, ਹੁਣ ਇਹ ਪਤਾ ਨਹੀਂ ਕਿਉਂ ਚੁੱਕਿਆ, ਬਟ ਉਹ ਮੇਰੇ ਹਿਸਾਬ ਨਾਲ ਤਾਂ ਉਹਨਾਂ ਕੋਲ ਵਾਕਿਆ ਇਹੋ ਜਿਹਾ ਐਵੀਡੈਂਸ ਆ ਗਿਆ ਤਾਂ ਕਿ ਉਹਨਾਂ ਨੇ ਇੱਕ ਸਪੈਸੀਫਾਈਡ ਆਫਿਸਰ ਨੂੰ ਐਕਸਪੈਲ ਕੀਤਾ। ਉਹ ਆਫਿਸਰ ਦੀ ਬੈਕਗਰਾਊਂਡ ਪੰਜਾਬ ਦੀ ਹੈ, ਪੰਜਾਬ ਵਿੱਚ ਉਹ ਪੁਲਿਸ ਆਫਿਸਰ ਰਹਿ ਚੁੱਕਾ, ਉੱਥੇ ਰॉ ਦਾ ਹੈੱਡ ਹੈ, ਅਤੇ ਬਿਨਾਂ ਐਵੀਡੈਂਸ ਤੋਂ ਆਰਡੀਨਰਲੀ ਇੰਨੀ ਰਿਸਪੋਂਸੀਬਲ ਗਵਰਨਮੈਂਟ ਜਿਹਦਾ ਕਿ ਬੜਾ ਲੰਬਾ ਰਿਸ਼ਤਾ ਹੈ ਹਿੰਦੁਸਤਾਨ ਨਾਲ, ਪੰਜਾਬ ਨਾਲ, ਇੰਨੇ ਇਮੀਗਰੈਂਟਸ ਗਏ ਹੋਏ ਉੱਥੇ, ਲਾਰਜੈਸਟ ਸਿੱਖ ਪਾਪੂਲੇਸ਼ਨ ਜੇ ਕਿਸੇ ਹੋਰ ਕੰਟਰੀ 'ਚ ਹੈ ਤਾਂ ਉਹ ਕੈਨੇਡਾ ਦੇ ਵਿੱਚ ਹੈ। ਅਤੇ ਇਸ ਕਰਕੇ ਮੈਨੂੰ ਲੱਗਦਾ ਕਿ ਵਾਕਈ ਸੀਰੀਅਸ ਗੱਲ ਹੈ, ਬਹੁਤ ਸੀਰੀਅਸ ਗੱਲ ਹੈ। ਐਂਡ ਉਹਨਾਂ ਕੋਲ ਸਰਟਨਲੀ ਇਹੋ ਜਿਹਾ ਐਵੀਡੈਂਸ ਆ ਗਿਆ ਜਿਹਦੇ ਨਾਲ ਇੰਡੀਅਨ ਗਵਰਨਮੈਂਟ ਇੰਪਲੀਕੇਟ ਹੁੰਦੀ ਹੈ। ਕਿਉਂਕਿ ਇਹ ਤੁਸੀਂ ਹੁਣ ਦੇਖੋ ਨਾ, ਕਨਿਸ਼ਕਾ ਨਾਲ ਕਹਾਣੀ ਕਿੱਦਾਂ ਜੁੜਦੀ ਹੈ। ਜਦੋਂ ਬਲੂ ਸਟਾਰ ਹੋਇਆ ਔਰ ਮਿਨੋਰਿਟੀ ਨੂੰ ਯੂਜ਼ ਕਰਨਾ ਇਲੈਕਟੋਰਲ ਪਰਪਸ ਲਈ, ਇਹ BJP ਨੇ ਸ਼ੁਰੂ ਨਹੀਂ ਕੀਤਾ, ਇਹ ਕਾਂਗਰਸ ਨੇ ਸ਼ੁਰੂ ਕੀਤਾ। ਉਦੋਂ ਸਿੱਖਾਂ ਦਾ ਬਹਾਨਾ ਲਾ ਕੇ ਉਹ ਇਲੈਕਸ਼ਨ ਜਿੱਤੇ ਵੀ 85 ਵਿੱਚ ਰਾਜੀਵ ਗਾਂਧੀ ਐਵੇਂ ਨਹੀਂ 2/3 ਮੈਜੋਰਟੀ ਲੈ ਕੇ ਜਿੱਤਿਆ। ਔਰ ਜਿੱਦਾਂ ਹੁਣ ਕਹਾਣੀ 81 ਔਨਵਰਡ ਉਹ GPS ਸਿੱਧੂ ਨੇ ਆਪਣੀ ਕਿਤਾਬ ਵਿੱਚ ਰਿਵੀਲ ਕੀਤੀ ਹੈ, ਉਸ ਤੋਂ ਕਾਫੀ ਪਤਾ ਲੱਗਦਾ ਹੈ ਕਿ 80 ਔਨਵਰਡ ਸਾਰੀ ਜਿਹੜੀ ਪਲੈਨਿੰਗ ਸੀ ਸਿੱਖਾਂ ਨੂੰ ਡਿਮੋਨਾਈਜ਼ ਕਰਕੇ ਕੋਈ ਸਪੈਕਟੈਕੂਲਰ ਐਕਸ਼ਨ ਲੈ ਕੇ ਹਿੰਦੁਸਤਾਨ ਦੀ ਵੋਟਿੰਗ ਆਪਣੇ ਹੱਕ ਵਿੱਚ ਕਰ ਲੈਣੀ, ਕਿ ਬਹੁਤ ਵੱਡਾ ਖਤਰਾ ਹਿੰਦੁਸਤਾਨ 'ਤੇ ਆ ਰਿਹਾ 2% ਸਿੱਖਾਂ ਦਾ। ਉਹੀ ਚੀਜ਼ ਜੋ BJP ਹੁਣ ਮੁਸਲਮਾਨਾਂ ਦੇ ਨਾਲ ਕਰ ਰਹੀ ਹੈ। ਹੁਣ ਮੁਸਲਮਾਨਾਂ ਦਾ ਤਾਂ ਹੁਣ 10 ਸਾਲ 2 ਇਲੈਕਸ਼ਨਾਂ ਜਿੱਤ ਲਈਆਂ, ਹੁਣ ਇਹ ਵੀ ਹੋ ਸਕਦਾ ਕਿ ਨੈਕਸਟ ਇਲੈਕਸ਼ਨ ਸਿੱਖਾਂ ਨੂੰ ਹੀ ਇਸਤੇਮਾਲ ਕਰਨਾ ਹੋਵੇ, ਕਿਉਂਕਿ ਮਾਈਨੋਰਿਟੀ ਨੂੰ ਡਿਮੋਨਾਈਜ਼ ਕਰਨਾ ਬੜਾ ਆਸਾਨ ਹੁੰਦਾ ਕਿਸੇ ਵੀ ਮੈਜੋਰਟੀ ਕਮਿਊਨਿਟੀ ਲਈ। ਬਾਰ-ਬਾਰ ਇਸਤੇਮਾਲ ਹੋਇਆ ਇਹ ਤਰੀਕਾ, ਇਹ ਬਾਰ-ਬਾਰ ਓਪਰੈਸਿਵ ਗਵਰਨਮੈਂਟਸ, ਡਿਕਟੋਰੀਅਲ ਗਵਰਨਮੈਂਟਸ, ਡਿਸਓਨੈਸਟ ਗਵਰਨਮੈਂਟਸ ਜਿਹੜਾ ਕਿ ਆਪਣੇ ਦੇਸ਼ ਦਾ ਹਿੱਤ ਨਹੀਂ ਚਾਹੁੰਦੀਆਂ ਉਹ ਕਰਦੀਆਂ। ਸੋ ਹੁਣ ਤੁਹਾਡੇ ਸਾਹਮਣੇ ਬਲੇਟੈਂਟਲੀ ਪਾਰਸ਼ੈਲਿਟੀ ਅਗੇਂਸਟ ਮੁਸਲਿਮ ਤਾਂ ਡਾਕੂਮੈਂਟਡ ਹੈ, ਵਿਜ਼ੀਬਲ ਹੈ। ਮਤਲਬ ਉਹਨਾਂ ਦੇ ਘਰ ਜਲਾਓ ਅਤੇ ਉਹਨਾਂ ਦੇ ਖਿਲਾਫ ਕੇਸ ਪਾਓ, ਇਹ ਹੁਣ ਸਟੈਂਡਰਡ ਫਾਰਮੂਲਾ ਹੋ ਗਿਆ। ਉਹਨਾਂ ਦੇ ਉੱਤੇ ਗੋਲੀਆਂ ਚਲਾਓ, ਉਹਨਾਂ ਦੇ ਉੱਤੇ ਕੇਸ ਦਰਜ ਕਰੋ, ਉਹਨਾਂ ਦੇ ਘਰ ਢਾਓ ਐਂਡ ਉਹਨਾਂ ਨੂੰ ਬਲੇਮ ਕਰੋ। ਸੋ ਇਹ ਮਤਲਬ ਕਿ ਇਹ ਤੁਸੀਂ ਕਹਿ ਲਓ ਕਿ ਜ਼ੁਲਮ ਦੀ ਅਥਿਆ ਹੁੰਦੀ ਹੈ। ਫਿਰ ਤੁਸੀਂ ਉਹਨਾਂ ਨੂੰ ਫਿਰ ਉਹ ਹਥਿਆਰ ਚੁੱਕਣਗੇ, ਉਹ ਰਿਐਕਟ ਕਰਨਗੇ, ਫਿਰ ਤੁਸੀਂ ਉਹਨਾਂ ਨੂੰ ਕਹੋਗੇ ਕਿ ਇਹ ਟੈਰਰਿਸਟ ਹੈ। ਇਹੀ ਪ੍ਰੋਸੈਸ ਕਰਦੀਆਂ ਸਰਕਾਰਾਂ ਨੈਸ਼ਨਲ ਲੈਵਲ 'ਤੇ ਵੀ ਇੰਟਰਨੈਸ਼ਨਲ ਲੈਵਲ 'ਤੇ ਵੀ। ਬੈਂਸ ਸਾਹਿਬ ਵੀ ਜਿਹੜਾ ਕਿ ਹੁਣ ਕੈਨੇਡਾ ਦੇ ਵਿੱਚ ਵੀ ਜਿਹੜਾ ਕਿ ਰਾਜਦੂਤ ਜਿਹੜੇ ਆ ਕਿ ਭਾਰਤ ਦੇ ਉੱਥੋਂ ਹਟਾ ਦਿੱਤੇ ਗਏ ਹੈ ਅਤੇ ਭਾਰਤ ਵਾਲਿਆਂ ਨੇ ਕੈਨੇਡਾ ਦੇ ਹਟਾਤੇ ਹੈ। ਅਤੇ ਹੁਣ ਦੇਖਿਆ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਵੀ ਜਿਹੜਾ ਹੈ ਕਿ ਲੋਕਾਂ ਦੇ ਵਿੱਚ ਹਾਹਾਕਾਰ ਮੱਚੀ ਆ, ਕਿਉਂਕਿ ਕਿਸੇ ਦੇ ਬੱਚੇ ਨੇ ਜਾਣਾ, ਕਿਸੇ ਨੇ ਏਜੰਟ ਨੂੰ ਪੈਸੇ ਦੇਣੇ, ਕੋਈ 25 ਲੱਖ ਦਿੱਤਾ, ਕੋਈ 50 ਲੱਖ ਦਿੱਤਾ, ਕੋਈ ਇਸ ਤਰ੍ਹਾਂ ਕਰਕੇ ਜਿਹੜਾ ਹੈ ਇਹ ਬੜਾ ਹੁਣ ਤੜਫ ਪਈ ਹੋਈ ਹੈ ਸਾਰਿਆਂ ਨੂੰ ਵੀ ਅਸੀਂ ਕਿੱਥੇ ਜਾਈਏ, ਕੀ ਕਰੀਏ। ਸੋ ਇਹ ਫਿਰ ਕੀ ਬਣੇਗਾ? ਦੇਖੋ, ਇਹ ਸਰਕਾਰ ਦੇਸ਼ ਦਾ ਨੁਕਸਾਨ ਸ਼ੁਰੂ ਤੋਂ ਹੀ ਕਰ ਰਹੀ ਹੈ। ਦੇਸ਼ ਗਰੀਬ ਹੁੰਦਾ ਜਾ ਰਿਹਾ, ਚਾਹੇ ਇਹ ਕਹਿ ਰਹੇ ਕਿ ਅਸੀਂ ਮੈਜੋਰਟੀ ਕਮਿਊਨਿਟੀਜ਼ ਨੂੰ, ਹਿੰਦੂਆਂ ਨੂੰ ਕਹਿ ਰਹੇ ਮਦਦ ਕਰ ਰਹੇ ਹਾਂ, ਚਾਹੇ ਜਿੰਨਾ ਮਰਜ਼ੀ ਕਹਿ ਦੇਣ ਕਿ ਹਿੰਦੂ ਹਿਰਦਿਆ ਸਮਰਾਟ ਹੈ ਸਾਡਾ ਪ੍ਰਧਾਨ ਮੰਤਰੀ, ਮਗਰ ਹਰ ਹੈਲਥ ਪ੍ਰੋਸਪੈਰਿਟੀ ਦੇ ਪੈਰਾਮੀਟਰ ਦੇ ਸਾਹਮਣੇ ਇੰਡੀਆ ਗਰੀਬ ਹੋਇਆ। ਤੁਹਾਡੀ ਪਹਿਲੀ ਵਾਰ ਇਕੋਨਮੀ ਡਿਕਰੀਜ਼ ਹੋਈ, ਤੁਹਾਡਾ ਪਹਿਲੀ ਵਾਰ ਰੇਟ ਆਫ ਇਕਨੋਮਿਕ ਗਰੋਥ 1 ਦੇ ਨੇੜੇ ਰਹਿ ਗਿਆ। ਜਿੰਨਾ ਮਰਜ਼ੀ ਇਹ ਕਲੇਮ ਕਰਦੇ ਰਹਿਣ, ਜਿਹੜੀ ਪਾਵਰਟੀ ਹੈ, ਗਰੀਬੀ ਵਧਣਾ, ਉਹ ਦਿਖਦੀ ਹੈ, ਵਿਜ਼ੀਬਲ ਹੈ ਆਲ ਅਕਰੋਸ। ਡਿਫਰੈਂਸ ਬਿਟਵੀਨ ਪੂਰ ਐਂਡ ਰਿਚ ਵਧਿਆ, ਸਵਾਏ ਚੰਗੇ ਸੜਕਾਂ ਤੋਂ, ਚੰਗੇ ਏਅਰਪੋਰਟ ਤੋਂ ਇਲਾਵਾ ਜਿਹੜਾ ਆਰਡੀਨਰੀ ਇੰਡੀਅਨ ਹੈ, ਛੋਟੀਆਂ ਕਾਰਾਂ ਵਿਕਣੇ ਬੰਦ ਹੋ ਗਈਆਂ, ਮੋਟਰਸਾਈਕਲ ਵਿਕਣੇ ਬੰਦ ਹੋ ਗਏ, ਲਗਜ਼ਰੀ ਕਾਰਾਂ ਵਧ ਰਹੀਆਂ। ਸੋ ਬੇਸਿਕਲੀ ਇੱਕ ਛੋਟਾ ਜਿਹਾ ਮਾਈਕਰੋਸਕੋਪਿਕ ਮਿਨੋਰਿਟੀ ਪ੍ਰੋਸਪਰਸ ਹੋ ਰਹੀ ਹੈ, ਮੇਬੀ 5% ਤੋਂ ਜ਼ਿਆਦਾ ਨਹੀਂ ਹੋ ਰਹੇ ਲੋਕ, ਔਰ ਜਿਹੜੀ ਮਿਡਲ ਕਲਾਸ ਹੈ 2-4% ਜਿਹੜੀ ਸਲੋਗਨ ਨਾਲ ਖੁਸ਼ ਹੋ ਰਹੀ ਹੈ, ਮਗਰ ਬਾਕੀ ਸਾਰਾ 80% ਜਿਹੜਾ ਰੋਟੀ ਖਾ ਰਿਹਾ ਆਟਾ ਦਾਨ ਦੀ ਸਕੀਮ ਦੇ ਉੱਤੇ, ਉਹ ਤਾਂ ਐਕਚੁਅਲੀ ਪਾਵਰਟੀ ਵੱਲ ਸਿੰਕ ਹੋ ਰਿਹਾ। ਗਰੀਬ ਹੁਣ ਕਹਿੰਦੇ ਕਿ ਸਾਡੀ ਤਾਂ ਹੋਪ ਹੀ ਖਤਮ ਹੋ ਗਈ, ਅਸੀਂ ਕਦੀ ਚੰਗੀ ਰੋਟੀ ਖਾ ਪਾਵਾਂਗੇ, ਅਸੀਂ ਕਦੀ ਚੰਗੇ ਘਰ 'ਚ ਰਹਿ ਸਕਾਂਗੇ, ਅਸੀਂ ਕਦੀ ਮੋਟਰਸਾਈਕਲ ਖਰੀਦ ਸਕਾਂਗੇ। ਇੰਨਾ ਐਕਚੁਅਲੀ ਬੁਰਾ ਹਾਲ ਹੋਇਆ ਜਿੱਥੇ ਮੈਜੋਰਟੀ ਕਮਿਊਨਿਟੀ ਦਾ
ਬਾਕੀ ਦੇ ਨਾਲ ਹੀ ਸਾਰੇ ਸਿੰਕ ਹੁੰਦੇ ਆ, ਮਿਨੋਰਿਟੀ ਮੈਜੋਰਿਟੀ ਇਕੱਠੇ ਡੁੱਬਦੇ ਆ ਅਤੇ ਇਕੱਠੇ ਰਾਈਜ਼ ਹੁੰਦੇ ਆ। ਤਾਂ ਉਸ ਹਿਸਾਬ ਨਾਲ ਤੁਸੀਂ ਦੇਖੋ ਤਾਂ ਇਹਨਾਂ ਨੇ ਕੰਟੀਨਿਊਸਲੀ ਦੇਸ਼ ਦੇ ਰਿਲੇਸ਼ਨ ਖਰਾਬ ਕੀਤੇ ਆ ਫਰੈਂਡਲੀ ਰਿਲੇਸ਼ਨ ਨਾਲ। ਸਾਡਾ ਰਸ਼ੀਆ ਨਾਲ ਬਹੁਤ ਫਰੈਂਡਲੀ ਰਿਲੇਸ਼ਨ ਸੀ, ਰਸ਼ੀਆ ਨੇ ਤੁਹਾਨੂੰ ਸਪੋਰਟ ਕੀਤਾ ਸੀ, ਉੱਥੇ ਰਿਲੇਸ਼ਨ ਖਰਾਬ ਹੋ ਗਿਆ। ਜਿਹਨੇ ਕਿ ਤੁਹਾਨੂੰ ਆਇਲ ਵੀ ਦਿੱਤਾ ਉਸ ਵੇਲੇ ਜਦੋਂ ਬਹੁਤ ਲੋੜ ਸੀ ਔਰ ਅਮਰੀਕਾ ਨੇ ਬੈਨ ਲਾਇਆ ਸੀ ਔਰ ਮਹਿੰਗਾ ਹੋ ਗਿਆ ਸੀ। ਉਸੇ ਤਰ੍ਹਾਂ ਕੈਨੇਡਾ ਇੱਕ ਬਹੁਤ ਵੱਡਾ ਇਕਨੋਮਿਕ ਹੈਲਪ ਕਰਦਾ ਸੀ ਇੰਡੀਆ ਦੀ। ਤੁਹਾਡੇ ਇਮੀਗ੍ਰੈਂਟਸ ਹੈ ਅਲਟੀਮੇਟਲੀ ਜਦੋਂ ਉੱਥੇ ਪ੍ਰੋਸਪਰਸ ਹੁੰਦਾ ਉਹ ਕਿੱਥੇ ਭੇਜਦੇ, ਆਪਣੇ ਘਰ ਕਿੱਥੇ ਬਣਾਇਆ, ਕਿੰਨੇ ਘਰ ਪੰਜਾਬ ਦੇ ਕਿੱਥੋਂ ਕੈਨੇਡੀਅਨ ਮਨੀ ਨਾਲ ਬਣਿਆ। ਜਿੱਦਾਂ ਗਲਫ ਮਨੀ ਆਉਂਦੀ ਹੈ, ਕੇਰਲਾ ਡਿਵੈਲਪ ਹੋਇਆ ਗਲਫ ਮਨੀ ਨਾਲ, ਚੇਨਈ ਡਿਵੈਲਪ ਹੋਇਆ, ਗੁਜਰਾਤ ਡਿਵੈਲਪ ਹੋ ਰਿਹਾ ਬਾਹਰਲੀ ਮਨੀ ਨਾਲ। ਤੁਸੀਂ ਗਲਫ ਨਾਲ ਵੀ ਰਿਲੇਸ਼ਨ ਖਰਾਬ ਕਰ ਲਏ, ਅਰੇਬੀਅਨ ਕੰਟਰੀਜ਼ ਨਾਲ ਵੀ ਖਰਾਬ ਕਰ ਲਏ, ਹੁਣ ਕੈਨੇਡਾ ਦੇ ਖਰਾਬ ਕਰ ਲਏ। ਇੰਗਲੈਂਡ ਨਾਲ ਤੁਹਾਡੇ ਪਹਿਲਾਂ ਵੀ ਉਹ ਇਮੀਗ੍ਰੇਸ਼ਨ ਦਿੰਦਾ ਵੀ ਨਹੀਂ। ਸੋ ਇੰਨਾ ਨੁਕਸਾਨ ਹੋ ਰਿਹਾ ਦੇਸ਼ ਦਾ। ਜਦੋਂ ਤੁਸੀਂ ਤੁਹਾਡਾ ਰਿਲੇਸ਼ਨ ਖਰਾਬ ਹੁੰਦਾ ਜਿੱਥੇ ਕਿ ਤੁਹਾਡੇ ਲੋਕ ਵੈਲਕਮ ਹੁੰਦੇ ਸੀ, ਉਹ ਰਿਲੇਸ਼ਨ ਖਰਾਬ ਨਾਲ ਤੁਹਾਡਾ ਇਕਨੋਮਿਕ ਸੋਸ਼ਲ ਹਰ ਚੀਜ਼ ਦਾ ਲਾਸ ਹੁੰਦਾ ਹੈ। ਸੋ ਇਸ ਕਰਕੇ ਮੇਜਰ ਫੇਲੀਅਰ ਹੈ ਫੋਰਨ ਪੋਲਿਸੀ ਦੀ ਇੰਡੀਆ ਦੀ ਕਿ ਤੁਸੀਂ ਫਰੈਂਕਲੀ ਪਹਿਲਾਂ ਗੱਲ ਤਾਂ ਐਕਟ ਕਰਨਾ ਹੀ, ਇਹ ਸੋਚਣਾ ਕਿ ਦੂਸਰੇ ਕੰਟਰੀ ਨੂੰ ਪਤਾ ਨਹੀਂ ਲੱਗ ਜਾਏਗਾ ਤੁਹਾਡਾ ਅਸੈਸੀਨੇਸ਼ਨ ਅਟੈਂਪਟ, ਇਹ ਵੀ ਬੜੀ ਛੋਟੀ ਇਹ ਥੋੜ੍ਹੇ ਬੱਚਿਆਂ ਵਾਲੀ ਗੱਲ ਹੈ। ਤੁਹਾਡੇ ਜਿਹੜੇ ਇਹਦਾ ਮਤਲਬ ਤੁਹਾਡੀ ਜਿਹੜੀ ਇੰਟੈਲੀਜੈਂਸ ਏਜੰਸੀ ਹੈ ਉਹਨਾਂ ਨੂੰ ਹਲੇ ਇੰਨੀ ਸਫਿਸਟੀਕੇਸ਼ਨ ਨਹੀਂ ਆਈ ਕਿ ਤੁਸੀਂ ਇਹੋ ਜਿਹੇ ਕ੍ਰਾਈਮ ਬਿਨਾਂ ਅਨਡਿਟੈਕਟਡ ਕਰ ਸਕੋ। ਇਜ਼ਰਾਈਲ ਕਰ ਸਕਦਾ ਹੈ, ਉਹਦੇ ਪਿੱਛੇ ਅਮੈਰੀਕਾ ਉਹ ਅਫੋਰਡ ਕਰ ਸਕਦਾ, ਡਿਫਾਈ ਕਰ ਸਕਦਾ ਸਭ ਨੂੰ। ਇੰਡੀਆ ਦੀ ਉਹ ਹਾਲਾਤ ਨਹੀਂ ਹੈ। ਇੰਡੀਆ ਹਲੇ ਵੀ ਅੰਡਰ ਡਿਵੈਲਪਿੰਗ ਕੰਟਰੀ ਹੈ, ਹਲੇ ਵੀ ਪੂਅਰ ਕੰਟਰੀ ਹੈ, ਹਲੇ ਵੀ ਉਹਦੀ ਬਹੁਤ ਜ਼ਿਆਦਾ ਡਿਪੈਂਡੈਂਸ ਡਿਵੈਲਪ ਵਰਲਡ 'ਤੇ ਹੈ। ਸੋ ਤੁਸੀਂ ਐਕਟਿੰਗ ਕਰਨ ਲੱਗ ਪਓ, ਜਿੱਦਾਂ ਤੁਸੀਂ ਬਿਹੇਵ ਕਰਨ ਲੱਗ ਪਓ ਸੁਪਰ ਪਾਵਰ ਹੈ, ਤੁਸੀਂ ਹੈ ਨਹੀਂ। ਉਹਦੇ ਕੌਨਸੀਕੁਐਂਸ ਇਹ ਹੁੰਦੇ ਨੇ ਕਿ ਛੋਟਾ ਜਿਹਾ ਕੰਟਰੀ 3.5 ਕਰੋੜ ਦਾ ਤੁਹਾਨੂੰ ਅਕਿਊਜ਼ ਕਰ ਰਿਹਾ ਆਫ ਟੈਰਰਿਸਟ ਐਕਟ, ਔਰ ਜਿਹੜੀ ਸਰਕਾਰ ਸਾਰਾ ਦਿਨ ਟੈਰਰਿਜ਼ਮ ਦੀ ਗੱਲਾਂ ਕਰਦੀ ਹੈ, ਉਹ ਸਰਕਾਰ 'ਤੇ ਐਡਾ ਵੱਡਾ ਇਲਜ਼ਾਮ ਲੱਗ ਜਾਣਾ ਬਾਇਆ ਛੋਟਾ ਡਿਵੈਲਪਡ ਕੰਟਰੀ ਦੇ ਵਿੱਚ ਕਿ ਤੁਸੀਂ ਟੈਰਰਿਸਟ ਐਕਟ ਕੀਤਾ, ਸਾਡੇ ਸਿਟੀਜ਼ਨ ਨੂੰ ਮਾਰਿਆ, ਉਹ ਬਹੁਤ ਹੀ ਡੈਮੇਜਿੰਗ ਹੈ ਇੰਟਰਨੈਸ਼ਨਲ ਰਿਲੇਸ਼ਨ ਦੇ ਵਿੱਚ, ਇੰਟਰਨੈਸ਼ਨਲ ਸਟੈਂਡਿੰਗ ਦੇ ਵਿੱਚ। ਤੇ ਚਲੋ ਐਜ਼ ਅ ਸਿੱਖ ਕਮਿਊਨਿਟੀ ਦਾ ਇੱਕ ਤਰ੍ਹਾਂ ਦਾ ਕਹਿ ਲਓ ਕਿ ਇੱਕ ਰਾਹਤ ਹੀ ਮਿਲੀ ਹੋਏਗੀ ਕਿ ਉਹਨਾਂ ਨੂੰ ਹਮੇਸ਼ਾ ਸ਼ੱਕ ਸੀ। ਉਹ ਸ਼ੱਕ ਨੂੰ ਕਿਸੇ ਸਰਕਾਰ ਦੀ ਅਫੀਸ਼ੀਅਲ ਸਟੇਟਮੈਂਟ ਦਾ ਸਟੈਂਪ ਮਿਲ ਜਾਏ, ਉਹਨਾਂ ਨੂੰ ਵਾਕਈ ਬਹੁਤ ਜ਼ਿਆਦਾ ਸਪੋਰਟ ਮਿਲੀ ਹੈ। ਮਗਰ ਉਹਦਾ ਫਾਇਦਾ ਇਹ ਨਹੀਂ ਕਿ ਸਿੱਖ ਹੁਣ ਡਿਵਾਈਡਡ ਹੈ ਹਿੰਦੁਸਤਾਨ ਔਰ ਕੈਨੇਡਾ ਦੇ ਵਿੱਚ। ਕੈਨੇਡੀਅਨ ਵਾਜ਼ ਹਮੇਸ਼ਾ ਕੈਨੇਡਾ ਨੂੰ ਫਰੈਂਡਲੀ ਕੰਟਰੀ ਸਮਝਦੇ ਸੀ। ਹੁਣ ਇਸ ਰਿਲੇਸ਼ਨ ਦਾ ਨੁਕਸਾਨ ਕੀ ਹੋਏਗਾ? ਕੈਨੇਡੀਅਨ ਸਿਟੀਜ਼ਨ ਜਿਹੜੇ ਸਿੱਖ ਹੈ ਬਟ ਉਹਨਾਂ ਦਾ ਵੀਜ਼ਾ ਔਖਾ ਹੋਏਗਾ। ਪਹਿਲਾਂ ਵੀ ਬੜਾ ਮੁਸ਼ਕਿਲ ਸੀ, ਕਨਿਸ਼ਕਾ ਬਲਾਸਟ ਵੀ ਤੋਂ ਬਾਅਦ ਵੀ ਬੜੀ ਪ੍ਰੋਬਲਮ ਆਈ ਸੀ, ਉਹ ਪ੍ਰੋਬਲਮ ਹੁਣ ਵੀ ਆਏਗੀ। ਬਟ ਫਿਰ ਵੀ ਇਹ ਟੈਂਪਰੇਰੀ ਪ੍ਰੋਬਲਮ ਹੈ ਕਿਉਂਕਿ ਹੁਣ ਇਹ ਸਾਰੀ ਸਰਕਾਰ ਦਾ ਜਿਹੜੇ ਐਕਟ ਹੈ ਉਹ ਥੋੜ੍ਹੇ ਪੈਰਾਨੋਇਡ ਟਾਈਪ ਹੈ, ਅਜੀਬ ਜਿਹਾ ਹੈ, ਸਪੈਕਟੈਕੂਲਰ ਹੈ। ਉਹਨਾਂ ਨੂੰ ਥੋੜ੍ਹਾ ਜਿਹਾ ਹਾਲੇ ਯਕੀਨ ਨਹੀਂ ਕਿ 24 ਦੀਆਂ ਇਲੈਕਸ਼ਨਾਂ ਜਿੱਤ ਪਾਉਣਗੇ। ਉਹ ਵਾਕਈ ਉਹਨਾਂ ਦਾ ਡਰੀਮ ਹੈ ਕਿ ਉਹਨੂੰ ਇੱਕ ਸੈਕੂਲਰ ਸਟੇਟ ਤੋਂ ਇੱਕ ਰਿਲੀਜੀਅਸ ਸਟੇਟ ਬਣਾਉਣ ਦਾ ਜਿਹੜਾ ਡਰੀਮ ਹੈ ਉਹਨਾਂ ਦਾ ਸ਼ਾਇਦ ਪੂਰਾ ਤਾਂ ਹੀ ਹੋਏਗਾ ਜੇ 24 'ਚ ਇਲੈਕਸ਼ਨ ਲੜਨ। ਇਸ ਕਰਕੇ ਉਹਨਾਂ ਦੇ ਐਕਟ ਖਾਸੇ ਤੌਰ 'ਤੇ ਇਰੈਸ਼ਨਲ ਵੀ ਹੈ। ਹਿਟਲਰ ਦੀ ਕਹਿੰਦੇ ਸੀ ਨਾ ਕਿ ਉਹ ਕਿੱਦਾਂ ਬ੍ਰਿਲੀਅੰਟ ਵਿਕਟਰੀਆਂ ਜਿੱਤ ਗਿਆ, ਉਹ ਬ੍ਰਿਲੀਅੰਟ ਵਿਕਟਰੀਆਂ ਇਸ ਚੀਜ਼ ਦੀਆਂ ਕੋਈ ਇਰੈਸ਼ਨਲ ਸੀ। ਇਰੈਸ਼ਨਲ ਬੰਦੇ ਦਾ ਮੁਕਾਬਲਾ ਨਹੀਂ ਕੀਤਾ ਇਸ ਉਹਦਾ ਪਤਾ ਨਹੀਂ ਕੀ ਕਰ ਗਿਆ। ਇਹ ਸਰਕਾਰ ਅੰਡਰ ਪ੍ਰੈਸ਼ਰ ਇਰੈਸ਼ਨਲ ਹੋਈ ਹੋਇਆ। ਸੋ ਚਾਹੇ ਸਾਨੂੰ ਬਲੇਮ ਕਰਦਾ ਹੈ, ਚਾਹੇ ਕਿਸੇ ਨੂੰ ਕੁਛ ਕਹਿ ਦੇ, ਚਾਹੇ ਐਂਡ ਜਿਹੜੀਆਂ ਗੱਲਾਂ ਕਰ ਰਹੀ ਹੈ ਜਿਹੜਾ ਕਿ ਕੋਈ ਵੀ ਡੈਮੋਕ੍ਰੇਟਿਕ ਕੰਟਰੀ ਨਹੀਂ ਕਰਦਾ। ਉਹਨਾਂ ਦਾ ਜਿਹੜਾ ਸਪਰੈਸ਼ਨ ਆਫ ਫਰੀਡਮ ਆਫ ਸਪੀਚ ਕਰ ਰਿਹਾ, ਜਰਨਲਿਸਟਾਂ ਨੂੰ ਪਕੜ ਰਿਹਾ, ਇੱਕ ਫੈਕਟ ਫਾਈਂਡਿੰਗ ਰਿਪੋਰਟ 'ਤੇ FIR ਜਿਹੜੀ ਸਰਕਾਰ ਕਰਵਾ ਸਕਦੀ ਹੈ ਔਰ ਹਰ ਗੱਲ 'ਤੇ ਸੁਪਰੀਮ ਕੋਰਟ ਨੂੰ ਇੰਟਰਫੇਅਰ ਕਰਨਾ ਪੈ ਰਿਹਾ, ਉਹ ਸ਼ੋਜ਼ ਕਰ ਰਿਹਾ ਕਿ ਜਿਹੜਾ ਤੁਹਾਡਾ ਜਿਹੜਾ ਬੈਲੈਂਸਡ ਵੇ ਆਫ ਗਵਰਨੈਂਸ ਉਹ ਕਿਤੇ ਖਤਮ ਹੋ ਗਈ ਹੈ। ਔਰ ਤੁਹਾਡਾ ਸਾਰਾ ਸ਼ੋਅਮੈਨਸ਼ਿਪ 'ਤੇ ਲੱਗ ਗਿਆ, ਜਿੱਦਾਂ ਬੰਦਾ ਹੋਵੇ ਗਰੀਬ ਤਾਂ ਵਿਆਹ 'ਤੇ ਖਰਚਾ ਕਰੀ ਜਾਵੇ ਅਤੇ ਡੈਟ ਵਿੱਚ ਚਲੇ ਜਾਵੇ। ਆਪਾਂ ਵਾਕਈ ਉਸ ਹਾਲਾਤ ਵਿੱਚ ਹੈ। ਜਿੰਨਾ ਤੁਸੀਂ ਡੈਟ ਲਿਆ ਪਿਛਲੇ 2020 ਤੋਂ ਬਾਅਦ ਉਹ ਤਾਂ ਸ਼ੌਕਿੰਗ ਹੈ ਕਿ ਤੁਸੀਂ ਬਿਲਕੁਲ ਛੋਟੇ ਥਰਡ ਵਰਲਡ ਕੰਟਰੀ ਦੇ ਵੱਲ ਜਿਹੜੇ ਅੰਡਰ ਡੈਟ ਇਨਫਲੇਸ਼ਨ ਆ ਜਾਂਦੀ ਹੈ, ਅੰਡਰ ਡੈਟ ਤੋਂ ਗੁਲਾਮ ਬਣ ਜਾਂਦੇ ਨੇ। ਸਾਡੇ ਹਾਲਾਤ ਉਹੋ ਜਿਹੇ ਹੁੰਦੇ ਜਾ ਰਹੇ ਨੇ। ਰਾਜਵਿੰਦਰ ਜੀ, ਜਿਵੇਂ ਕਿ ਹੁਣ ਦੇਖਿਆ ਜਾ ਰਿਹਾ ਕਿ ਸਪੌਂਸਰਸ਼ਿਪ ਆਪਾਂ ਜੇ ਕਹੀ ਵੀ ਜਿਹੜੇ ਬਾਹਰ ਬੈਠੇ ਨੇ ਉਹਨਾਂ ਨੇ ਇੰਡੀਆ ਆਉਣਾ ਜਾਂ ਇੰਡੀਆ ਤੋਂ ਬਾਹਰ ਜਾਣਾ, ਉਹਨਾਂ ਨੂੰ ਬੜੀ ਵੱਡੀ ਦਿੱਕਤ ਆ ਰਹੀ ਹੈ। ਅਤੇ ਇੱਕ ਅੱਜ ਹੀ ਸੋਸ਼ਲ ਮੀਡੀਆ ਤੋਂ ਪ੍ਰਚਾਰਿਤ ਕਿ ਇੱਕ ਸਿੰਗਰ ਜਿਹੜਾ ਕਿ ਕੈਨੇਡਾ ਦੇ ਵਿੱਚ ਬੈਠਾ ਆ, ਉਹਦੀ ਸਪੌਂਸਰਸ਼ਿਪ ਜਿਹੜੀ ਆ ਕਿ ਇੱਥੋਂ ਕੈਂਸਲ ਕਰ ਦਿੱਤੀ ਗਈ ਆ, ਉਹਨੇ ਇੱਥੇ ਇੰਡੀਆ ਦੇ ਵਿੱਚ ਆਉਣਾ ਸੀਗਾ। ਸੋ ਜੇ ਇਸ ਤਰ੍ਹਾਂ ਦੇ ਕੰਮ ਹੋਣ ਲੱਗ ਗਏ ਤਾਂ ਫਿਰ ਅੱਗੇ ਕੀ ਹੋਏਗਾ? ਜਿਹੜੀ ਨੌਜਵਾਨੀ ਬਾਹਰ ਜਾ ਰਹੀ ਹੈ ਜਾਂ ਜਿਹਦੇ ਮਾਂ-ਬਾਪ ਇੱਥੇ ਨੇ ਜਿਹਨੇ ਆਉਣਾ ਹੈ, ਉਹ ਕਿਸ ਤਰ੍ਹਾਂ ਫਿਰ ਕਰ ਸਕਦੇ? ਇਹ ਸਾਰੇ ਐਕਟ ਐਕਚੁਅਲੀ ਜਿਹੜੀ ਚੀਜ਼ ਚਾਹੁੰਦੇ ਕਿ ਨਾ ਹੋਵੇ ਉਹ ਚੀਜ਼ ਹੋਏਗੀ। ਤੁਸੀਂ 84 ਤੋਂ ਪਹਿਲਾਂ ਕੋਈ ਬੰਦਾ ਨਹੀਂ ਸੀ ਸੁਣਦਾ ਖਾਲਿਸਤਾਨ ਦੀ ਗੱਲ ਵੀ, ਕੋਈ ਕੰਪੇਨ ਨਹੀਂ ਸੀ, ਕੋਈ ਮੂਵਮੈਂਟ ਨਹੀਂ ਸੀ।
ਖਾਲਿਸਤਾਨ ਦੀ ਗੱਲ ਹੀ ਸ਼ੁਰੂਆਤ ਕੀਤੀ ਸਰਕਾਰੀ ਜਦੋਂ ਰਾਹ ਦੇ 7 ਸਟੇਸ਼ਨ ਖੁੱਲ੍ਹੇ ਅਕਰੋਸ ਉਹਨਾਂ ਦੇਸ਼ਾਂ ਵਿੱਚ ਜਿੱਥੇ ਸਿੱਖ ਵਸਦੇ ਸੀ, ਉਸ ਤੋਂ ਬਾਅਦ ਖਾਲਿਸਤਾਨ ਦੀ ਡਿਮਾਂਡ ਹੋਣੀ ਸ਼ੁਰੂ ਹੋਈ। ਉਸ ਤੋਂ ਬਾਅਦ ਗੁਰਦੁਆਰਿਆਂ 'ਚ ਲੜਾਈਆਂ ਸ਼ੁਰੂ ਹੋਈਆਂ। ਕਲੀਅਰਲੀ ਹੁਣ ਤਾਂ ਡਾਕੂਮੈਂਟ ਵੀ ਹੋ ਗਿਆ, ਬਟ ਕਲੀਅਰਲੀ ਇਹ ਪਹਿਲਾਂ ਵੀ ਸਾਨੂੰ ਸ਼ੱਕ ਹੁੰਦਾ ਸੀ ਸਪੋਂਸਰਡ ਹੈ, ਕਿਉਂਕਿ ਜਿਹੜੇ ਇੱਥੇ ਆਉਂਦੇ ਇੱਥੇ ਤਾਂ ਕੋਈ ਆਵਾਜ਼ ਆ ਨਹੀਂ ਰਹੀ ਸੀ, ਮਗਰ ਦਰਬਾਰ ਸਾਹਿਬ ਦੇ ਅਟੈਕ ਨਾਲ ਉਹ ਚੀਜ਼ ਦਿਮਾਗ 'ਚ ਵੜ ਗਈ ਅਤੇ ਉਹ ਹੁਣ ਡਿਮਾਂਡ ਖਤਮ ਹੀ ਨਹੀਂ ਹੋ ਰਹੀ, ਘੱਟੋ ਘੱਟ ਬਾਹਰਲੇ ਮੁਲਕਾਂ 'ਚ ਤਾਂ ਖਤਮ ਨਹੀਂ ਹੋ ਰਹੀ। ਹੁਣ ਇਸ ਤਰ੍ਹਾਂ ਜੇ ਤੁਸੀਂ ਸਿੰਗਰਸ 'ਤੇ ਵੀ ਇੱਦਾਂ ਵਿੰਡਿਕਟਿਵ ਭਾਵਨਾ ਨਾਲ ਕਿ ਤੁਸੀਂ ਇੰਨਾ ਨਕਸ਼ਾ ਦਿਖਾਤਾ ਜਾਂ ਕੋਈ ਨਕਸ਼ੇ ਦੇ ਬੋਲ ਹੈ, ਜੇ ਤੁਸੀਂ ਬੋਲਣ 'ਤੇ ਵੀ ਇੰਨੇ ਸੈਂਸਿਟਿਵ ਹੋ ਗਏ, ਜਿੱਦਾਂ ਇਵਨ ਰੈਫਰੈਂਡਮ 2020 ਕੋਈ ਕ੍ਰਿਮੀਨਲ ਔਫੈਂਸ ਨਹੀਂ ਹੈ। ਇਹਦੇ 'ਚ ਕੀ ਵੱਡੀ ਗੱਲ ਹੈ? ਰੈਫਰੈਂਡਮ ਪਾਰਟ ਆਫ ਦਾ ਡੈਮੋਕ੍ਰੇਸੀ ਹੈ। ਤੁਸੀਂ ਬਾਰ-ਬਾਰ ਪੁੱਛਦੇ ਹੋ, ਪ੍ਰੈਸ ਤੁਹਾਡੀ ਪਬਲਿਕ ਓਪੀਨੀਅਨ ਕਰਦੇ ਹੋ, ਤੁਸੀਂ ਤੁਹਾਡੇ ਐਗਜ਼ਿਟ ਪੋਲ ਕੀ ਹੈ? ਰੈਫਰੈਂਡਮ ਹੀ ਤਾਂ ਹੈ। ਜੇ ਕੋਈ ਕਮਿਊਨਿਟੀ ਕਹਿੰਦੇ ਕਿ ਅਸੀਂ ਰੈਫਰੈਂਡਮ ਕਰਨਾ, ਕੈਨੇਡਾ ਵਿੱਚ ਆਮ ਹੀ ਹੁੰਦਾ ਹੈ, ਓਫੀਸ਼ੀਅਲੀ ਹੁੰਦਾ ਹੈ। ਇੰਗਲੈਂਡ ਦੇ ਵਿੱਚ ਹੀ ਉਹ ਯੂਰਪ ਵਿੱਚ ਜਾਣਾ ਨਹੀਂ ਜਾਣਾ ਉਹਨਾਂ ਨੇ ਰੈਫਰੈਂਡਮ ਕਰਾਇਆ। ਸੋ ਰੈਫਰੈਂਡਮ ਜਿਹੜਾ ਕਿ ਕਿਸੇ ਵੀ ਮੈਚੋਰ ਮੁਲਕ ਦਾ ਪਾਰਟ ਹੈ, ਆਪਣੇ ਸਿਟੀਜ਼ਨ ਤੋਂ ਪੁੱਛਣਾ ਵੱਡੇ ਡਿਸੀਜ਼ਨ ਲੈਣ ਤੋਂ ਪਹਿਲਾਂ, ਉਹਦੇ ਵਿੱਚ ਕ੍ਰਿਮੀਨਲ ਔਫੈਂਸ ਨੂੰ ਤੁਸੀਂ ਕਿਵੇਂ ਵਾੜ ਲਿਆ? ਬਟ ਆਪਾਂ ਕਿੰਨੇ ਮੁੰਡਿਆਂ ਨੂੰ ਇਸ ਕਰਕੇ ਪ੍ਰੋਸੀਕਿਊਟ ਕਰ ਰਹੇ ਹਾਂ ਕਿ ਉਹਨਾਂ ਨੇ ਇੱਕ ਪੋਸਟਰ ਲਾ ਦਿੱਤਾ ਖਾਲਿਸਤਾਨ ਜਿੰਦਾਬਾਦ। ਉਹਨਾਂ ਨੇ ਰੈਫਰੈਂਡਮ 2020 ਦੇ ਪੋਸਟਰ ਲਾ ਦਿੱਤੇ। ਉਹਨਾਂ ਕੋਲ ਕਿਸੇ ਕੋਲ 10,000 ਆਇਆ, ਕਿਸੇ ਨੇ ਇੱਕ ਛੋਟੀ ਜਿਹੀ ਕਿਤਾਬ ਖਰੀਦ ਲਈ, ਕਿਸੇ ਨੇ ਪੋਸਟਰ ਬੈਨਰ ਬਣਾ ਦਿੱਤਾ। ਉਹਦੇ ਕਰਕੇ ਤੁਹਾਡੇ 'ਤੇ ਅਨਲawful ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਦੇ ਕੇਸ ਦਰਜ ਹੋਏ ਔਰ ਕਈ ਸਾਲ ਬੱਚੇ ਅੰਦਰ ਹੈ। ਇਹ ਸਾਰੀਆਂ ਗੱਲਾਂ ਸ਼ੋਅ ਕਰਦੀਆਂ ਕਿ ਜਿਹੜਾ ਤੁਹਾਡਾ ਰਿਸਪੌਂਸ ਹੈ, ਨਾ ਹੀ ਉਹ ਰੀਜ਼ਨੇਬਲ ਹੈ, ਨਾ ਹੀ ਉਹ ਲੀਗਲ ਹੈ। ਮਗਰ ਚਲੋ ਧੱਕਾ ਜਦੋਂ ਕਰਦਾ ਹੁੰਦਾ ਉਦੋਂ ਤਾਂ ਕੀਤਾ ਜਾ ਸਕਦਾ, ਫੋਰਸ ਨਾਲ ਧੱਕਾ ਹੋ ਜਾਂਦਾ ਹੈ, ਮਗਰ ਉਹਦੇ ਪਿੱਛੇ ਸੈਂਕਸ਼ਨ ਆਫ ਲਾਅ ਨਾ ਹੋਵੇ, ਸੈਂਕਸ਼ਨ ਆਫ ਧਰਮ ਨਾ ਹੋਵੇ, ਸੈਂਕਸ਼ਨ ਆਫ ਜਿਹੜੀ ਰਾਈਟਸਨੈਸ ਨਾ ਹੋਵੇ, ਤਾਂ ਉਹ ਹਮੇਸ਼ਾ ਕਾਊਂਟਰ ਰਿਐਕਟ ਕਰਦੀ ਹੈ। ਉਹਦਾ ਨੁਕਸਾਨ ਹੀ ਹੁੰਦਾ ਹੈ। ਉਹ ਇੰਡੀਆ ਵਿੱਚ ਵੀ ਹੋ ਰਿਹਾ। ਜਿਹੜੀ ਤੁਹਾਡੀ ਇੰਟੀਗ੍ਰੇਸ਼ਨ ਹੈ ਕਿੱਥੇ, ਮਤਲਬ ਪੰਜਾਬ ਤਾਂ ਹਮੇਸ਼ਾ ਹੀ ਫਰੋਮ 47 ਔਨਵਰਡ ਉਹ ਇਮੋਸ਼ਨਲੀ ਇੰਡੀਆ ਨੂੰ ਉੱਦਾਂ ਹੀ ਲੜਦਾ ਸੀ ਜਿੱਦਾਂ ਆਪਣੇ ਹੀ ਲੜਦਾ ਸੀ। ਇਹ ਮੈਂ ਤਾਂ ਕਦੀ ਨਹੀਂ ਦੇਖਿਆ ਕਿਸੇ ਸੋਲਜਰ ਦੇ ਮੂੰਹ ਆਇਆ ਕਿ ਪੰਜਾਬ ਲੱਗ ਗਿਆ, ਇੰਡੀਆ ਲੱਗ ਗਿਆ। ਨਾ ਅਸੀਂ ਕਦੇ ਸੁਣਿਆ। ਅਸੀਂ ਪਹਿਲੇ ਗੱਲ ਸਾਨੂੰ ਧਰਮ ਦਾ ਨਹੀਂ ਸੀ ਪਤਾ, ਜਦ ਤੱਕ 84 ਨਹੀਂ ਹੋਈ ਤਾਂ ਸਾਨੂੰ ਨਹੀਂ ਸੀ ਪਤਾ ਕਿ ਅਸੀਂ ਸਿੱਖ ਹੈ। ਮੈਨੂੰ ਐਟਲੀਸਟ ਸਾਨੂੰ ਲੱਗਦਾ ਨਹੀਂ ਸੀ ਫਿਰ ਕਿਸੇ ਨੇ ਪੱਗ ਬੰਨ੍ਹੀ ਕਿਸੇ ਨਹੀਂ ਬੰਨ੍ਹੀ, ਕੋਈ ਫਰਕ ਹੀ ਨਹੀਂ ਸੀ। ਹੁਣ ਫਰਕ ਲੱਗਦਾ ਜਦੋਂ ਇੰਨੇ ਸਾਲ ਦੀ ਕੰਪੇਨਿੰਗ ਹੋ ਗਈ, ਐਕਸਟਰਾ ਜੁਡੀਸ਼ੀਅਲ ਕਿਲਿੰਗ ਹੋ ਗਈਆਂ, ਡਿਮਾਂਡ ਹੋ ਗਈ। ਹੁਣ ਤੁਸੀਂ ਛੋਟੀ ਗੱਲ 'ਤੇ ਕੇਸ ਬਣਾ ਦਿੰਦੇ ਹੋ। ਇੱਕ ਬੱਚੇ ਨੇ ਆਹੀ ਗੱਲਾਂ 'ਤੇ ਰੈਫਰੈਂਡਮ 2022 'ਤੇ, ਖਾਲਿਸਤਾਨ 'ਤੇ, ਕਿਤਾਬਾਂ 'ਤੇ ਭਾਈ ਰਣਧੀਰ ਸਿੰਘ ਦੀ ਜੇਲ੍ਹ ਡਾਇਰੀ ਨੂੰ ਕ੍ਰਿਮੀਨਲਾਈਜ਼ ਕੀਤਾ ਗਿਆ। ਸੋ ਇਹੋ ਜਿਹੀ ਗੱਲਾਂ 'ਤੇ ਡਿਫਰੈਂਸ ਵਧੀ ਜਾਂਦੇ ਨੇ। ਬਟ ਜੇ ਸਰਕਾਰ ਵੀ ਪ੍ਰਾਈਵੇਟ ਸਿਟੀਜ਼ਨ ਮਗਰ ਸੈਂਸਿਟਿਵ ਹੋ ਗਈ ਇੰਨੀ ਜ਼ਿਆਦਾ, ਅਤੇ ਉਹਦਾ ਅਤੇ ਬਾਕੀ ਆਪਾਂ ਨੂੰ ਕੀ ਬਲੇਮ ਕਰਨਾ? ਬਾਕੀ ਆਪਾਂ ਲੋਕਾਂ ਨੂੰ ਕੀ ਬਲੇਮ ਕਰਨਾ ਜੇ ਉਹ ਵੀ ਇਰੀਟੇਟ ਕਰਨ ਲਈ? ਦੇਖੋ ਮੋਸਟਲੀ ਜਿਹੜੀ ਪੋਲੀਟੀਕਲ ਸਲੋਗਨ ਹੁੰਦੇ ਇਰੀਟੇਸ਼ਨ ਲਈ ਜ਼ਿਆਦਾ ਹੁੰਦੇ ਆ। ਤੁਹਾਨੂੰ ਲੱਗਦਾ ਕਿ ਸਰਕਾਰ ਨਹੀਂ ਲਾਈਕ ਕਰਦੀ ਇਸ ਕਰਕੇ ਤੁਸੀਂ ਬੋਲਦੇ। ਬੱਚੇ ਤਾਂ ਜ਼ਰੂਰ ਇੱਦਾਂ ਹੀ ਬੋਲਦੇ, ਉਹੀ ਗੱਲ ਜਿਹੜੀ ਤੁਹਾਨੂੰ ਨਹੀਂ ਚੰਗੀ ਲੱਗਦੀ ਨਾ ਫਿਰ ਉਹੀ ਬੋਲਦੇ ਨੇ। ਤਾਂ ਸਿੱਖਾਂ ਦਾ ਵੀ ਇਹੀ 90% ਸਿੱਖਾਂ ਦਾ ਪ੍ਰੋਟੈਸਟ ਹੈ, ਮੋਰ ਟੂ ਇਰੀਟੇਟ ਰਾਦਰ ਦੈਨ ਕਿ ਉਹਨਾਂ ਦਾ ਕੋਈ ਜੈਨੂਅਨ ਡਿਜ਼ਾਇਰ ਹੈ ਇੰਡੀਪੈਂਡੈਂਸ ਦਾ ਅਲੱਗ ਹੋਣ ਦਾ। ਸੋ ਇਹਨਾਂ ਸਾਰੀਆਂ ਗੱਲਾਂ ਨਾਲ ਮਾਹੌਲ ਤਾਂ ਖਰਾਬ ਹੋਏਗਾ। ਸਿੱਖਾਂ ਦਾ ਜਿਹੜਾ ਘੱਟੋ ਘੱਟ ਕੈਨੇਡੀਅਨ ਟਰੈਵਲ ਲਈ ਬਹੁਤ ਪ੍ਰੋਬਲਮ ਆਉਣਗੀਆਂ। ਉੱਧਰ ਸ਼ਾਇਦ ਤੁਹਾਡੇ ਵੀਜ਼ੇ ਜ਼ਿਆਦਾ ਲੱਗਣ ਲੱਗ ਪੈਣ, ਸ਼ਾਇਦ ਤੁਹਾਡੇ ਰਿਫਿਊਜੀ ਕਲੇਮ ਥੋੜ੍ਹੇ ਜਿਹੇ ਸਿੰਪਥੈਟਿਕਲੀ ਸੁਣੇ ਜਾਣ, ਮਗਰ ਉਸ ਤੋਂ ਜ਼ਿਆਦਾ ਪ੍ਰੋਬਲਮ ਵਾਪਸ ਆਉਣ ਲਈ ਹੋਏਗੀ। ਇੰਡੀਆ ਵਾਪਸ ਆਉਣ ਲਈ ਉਹਨਾਂ ਦੇ ਬੱਚੇ, ਉਹਨਾਂ ਦੇ ਪ੍ਰੋਪਰਟੀਜ਼, ਇਹ ਸਾਰੀਆਂ ਗੱਲਾਂ ਹੋਣਗੀਆਂ। ਸੋ ਹੋਪਫੁਲੀ ਪੰਜਾਬ ਦੀ ਲੀਡਰਸ਼ਿਪ ਸਿੱਖਾਂ ਦੀ ਜਾਂ ਪੰਜਾਬ ਦੀ ਆਪ ਗੌਰਮੈਂਟ ਇਹਨੂੰ ਥੋੜ੍ਹਾ ਜਿਹਾ ਸਮਝਦਾਰੀ ਨਾਲ ਨਿਪਟਾ ਸਕੇ। ਐਂਡ ਆਈ ਹੋਪ ਕਿ ਇਲੈਕਸ਼ਨ ਸਟੰਟ ਹੀ ਹੋਵੇ ਬੋਥ ਵੇਜ਼। ਆਈ ਹੋਪ ਕਿ ਕੈਨੇਡਾ ਦਾ ਵੀ ਇਲੈਕਸ਼ਨ ਸਟੰਟ ਹੋਵੇ ਤਾਂ ਇੰਡੀਆ ਦਾ ਇਲੈਕਸ਼ਨ ਸਟੰਟ ਹੋਵੇ, ਤਾਂ ਕਿ ਲੋਕ ਸਫਰ ਨਾ ਕਰਨ। ਬੈਂਸ ਸਾਹਿਬ ਵੀ ਅਸੀਂ ਕੈਨੇਡਾ ਦੀ ਗੱਲ ਕਰ ਰਹੇ ਹਾਂ ਕਿ ਕੈਨੇਡਾ ਦੇ ਨਾਲ ਜਿਹੜੇ ਕਿ ਭਾਰਤ ਦੀ ਜਿਹੜੇ ਸੰਬੰਧ ਨੇ ਉਹਨਾਂ 'ਚ ਤਲਖ ਪੈਦਾ ਹੋ ਚੁੱਕੀ ਹੈ, ਪਰ ਇਹ ਪਿਛਲੇ ਦਿਨੀ ਜਿਹੜਾ ਆਸਟ੍ਰੇਲੀਆ ਦੇ ਵਿੱਚ ਵਾਪਰਿਆ ਉਹ ਕੀ ਹੈ? ਉਹਨੂੰ ਕਿਸ ਨਜ਼ਰ ਨਾਲ ਦੇਖਿਆ ਗਿਆ? ਜੋ ਕੁਝ ਮੰਦਰਾਂ ਨੂੰ ਲੈ ਕੇ ਉੱਥੇ ਗੱਲਬਾਤ ਚੱਲੀ ਹੈ, ਉਹਦੇ ਬਾਰੇ ਕੀ? ਇਹ ਬੜੀ ਡਿਸਟਰਬਿੰਗ ਹੈ ਕਿ ਜੇ ਤੁਸੀਂ ਕਮਿਊਨਿਟੀ ਰਿਲੇਸ਼ਨਸ ਖਰਾਬ ਹੀ ਕਰਨਾ ਚਾਹੁੰਦੇ ਹੋ, ਕਿਉਂਕਿ ਆਰਡੀਨਰਲੀ ਕੋਈ ਸੈਂਸ ਨਹੀਂ ਸੀ ਬਣਦੀ ਕਿ ਮੰਦਰ ਅਤੇ ਗੁਰਦੁਆਰੇ ਵਿੱਚ ਐਕਚੁਅਲੀ ਆਮ ਪੰਜਾਬੀ ਦੇ ਵਿੱਚ ਕੋਈ ਬਾਹਲਾ ਫਰਕ ਨਹੀਂ ਲੱਗਦਾ। ਅਕਸਰ ਨਿਆਣੇ ਜੋ ਜਾਂਦੇ ਆ ਗੁਰਦੁਆਰਾ ਸਾਹਿਬ ਅਤੇ ਨਾਲ ਹੀ ਨਾਲ ਮੰਦਰ ਵੀ ਹੁੰਦਾ, ਤਾਂ ਉੱਥੇ ਨਿਆਣੇ ਜ਼ਿਆਦਾ ਖੁਸ਼ ਹੁੰਦੇ, ਅਲੱਗ-ਅਲੱਗ ਮੂਰਤੀਆਂ ਹੁੰਦੀਆਂ, ਰੰਗ ਬੰਦਾ, ਉਹਦਾ ਡਿਸਿਪਲਿਨ ਘੱਟ ਹੁੰਦਾ ਅਤੇ ਬੱਚੇ ਜ਼ਿਆਦਾ ਖੁਸ਼ ਰਹਿੰਦੇ ਆ। ਇੱਥੇ ਤਾਂ ਫਿਰ ਮਾੜਾ ਮੋਟਾ ਡਿਸਿਪਲਿਨ ਜ਼ਿਆਦਾ। ਅਤੇ ਇਸ ਕਰਕੇ ਕਿਸੇ ਸਿੱਖ ਨੇ ਸੋਚਣਾ ਕਿ ਖਾਲਿਸਤਾਨ ਲੈ ਕੇ ਮੰਦਰ ਦੀ ਬੇਅਦਬੀ ਕਰਨੀ ਜਾਂ ਬੇਇੱਜ਼ਤੀ ਕਰਨੀ, ਇਹ ਪਹਿਲਾਂ ਭਾ ਨਹੀਂ ਰਿਹਾ ਸੀ ਕਿ ਕਿਹੜਾ ਸਿੱਖ ਕਰੇਗਾ।
ਹੁਣ ਆਸਟ੍ਰੇਲੀਅਨ ਪੁਲਿਸ ਦੀ ਇਨਵੈਸਟੀਗੇਸ਼ਨ ਤੇ ਤਾਂ ਕਾਫੀ ਸਿੱਧੀ ਹੋ ਗਿਆ ਕਿ ਆਪੇ ਕੀਤਾ ਗਿਆ ਵਿਦ ਇੰਟੈਂਸ਼ਨ ਕਿ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ, ਆਸਟ੍ਰੇਲੀਅਨ ਕਮਿਊਨਿਟੀ ਦੇ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ। ਕਿਉਂਕਿ ਤੁਸੀਂ ਦੇਖਿਆ ਹੋਣਾ ਉਹਦੀਆਂ ਹਾਈਲਾਈਟ ਇੱਥੇ ਇੰਨੀ ਛੋਟੀ ਇਵੈਂਟ ਹੈ, ਵੈਸੇ ਤਾਂ ਇੰਨਾ ਛੋਟਾ ਹੈ ਕਿ ਇਹਨੂੰ ਇਗਨੋਰ ਕਰਦੇ ਇਹ ਲੋਕਲ ਨਿਊਜ਼ ਤੋਂ ਇਲਾਵਾ ਕੁਛ ਨਹੀਂ ਹੈ, ਮਗਰ ਉਹਦਾ ਇੰਡੀਅਨ ਪ੍ਰੈਸ ਵਿੱਚ ਕਿੰਨਾ ਜ਼ਿਆਦਾ ਹੋਇਆ। ਉਸ ਤੋਂ ਪਤਾ ਲੱਗਦਾ ਜਦੋਂ ਕੋਈ ਪਲਾਂਟਡ ਸਟੋਰੀਆਂ ਹੁੰਦੀਆਂ ਕਿ ਇਹਦੇ ਵਿੱਚ ਇਕੱਲਾ ਆਮ ਸਿਟੀਜ਼ਨ ਇਨਵੋਲਵ ਨਹੀਂ ਹੈ, ਇਹ ਅਗੇਨ ਇੰਟੈਲੀਜੈਂਸ ਆਪਰੇਸ਼ਨ ਹੈ। ਉੱਥੇ ਛੋਟਾ ਜਿਹਾ ਲਿਖ ਕੇ ਤੁਸੀਂ ਹੋਪਿੰਗ ਕਿ ਕੈਨੇਡੀਅਨ ਆਸਟ੍ਰੇਲੀਅਨ ਪ੍ਰੈਸ ਨੂੰ ਪਤਾ ਨਹੀਂ ਲੱਗੇਗਾ ਕਿ CCTV ਉਹ ਆਫ ਕਰਕੇ ਤੁਸੀਂ ਗ੍ਰੈਫਿਟੀ ਦਾ ਲਿਖਤੀ, ਮਗਰ ਨਾਟ ਰਿਲਾਈਜ਼ਿੰਗ ਕਿ ਉਹਨਾਂ ਦੀ ਥੋੜ੍ਹੀ ਜ਼ਿਆਦਾ ਬੈਟਰ ਪ੍ਰੋਫੈਸ਼ਨਲ ਪੁਲਿਸਿੰਗ ਹੈਗੀ ਹੈ ਅਤੇ ਉਹਨਾਂ ਨੇ ਸੱਚਾਈ ਕੱਢ ਲਿਆਂਦੀ। ਮਗਰ ਉਹ ਛੋਟੇ ਇੰਸਟੈਂਟ ਨੂੰ ਇੰਡੀਆ 'ਚ ਕਿਵੇਂ ਇਸਤੇਮਾਲ ਕੀਤਾ, ਇੰਡੀਆ ਵਿੱਚ ਇਸਤੇਮਾਲ ਕੀਤਾ ਟੂ ਡੀਮੋਨਾਈਜ਼ ਸਿੱਖਸ ਕਿ ਉਹ ਜਿਹੜਾ ਉਹ ਪਾਰਟ ਹੈ ਨਾ ਉਸ ਤੋਂ ਸ਼ੱਕ ਪੈਂਦਾ ਕਿ ਇਹ ਬਿਲਕੁਲ ਆਰਡੀਨਰੀ ਚੀਜ਼ ਨਹੀਂ ਸੀ। ਇਹ ਉੱਦਾਂ ਦਾ ਹੀ ਕੰਪੇਨ ਹੈ ਜਿੱਦਾਂ ਦਾ ਅਸੈਸੀਨੇਸ਼ਨ ਐਕਸਟ੍ਰੀਮ ਕੰਪੇਨ ਹੁੰਦਾ ਹੈ, ਸਲੋਗਨ ਗ੍ਰੈਫਿਟੀ ਇਹ ਛੋਟਾ ਕੰਪੇਨ ਹੈ। ਉਹ ਛੋਟੇ ਤੋਂ ਸ਼ੁਰੂ, ਉਹ ਤੁਸੀਂ ਬਿਲਕੁਲ ਫਸਟ ਲੈਵਲ ਦਾ ਕਹਿ ਸਕਦੇ ਹੋ, ਬਟ ਇਹ ਨੇਚਰ ਤਾਂ ਉਹੀ ਹੈ ਨਾ। ਜਿਹੜੇ ਕਰ ਰਹੇ ਆ ਉਹ ਤਾਂ ਦੋਨੋਂ ਕਮਿਊਨਿਟੀਜ਼ ਨੂੰ ਡਰਾਉਣਾ ਔਰ ਲੜਾਉਣਾ ਚਾਹੁੰਦੇ ਨੇ। ਉਹ ਇਹੋ ਜਿਹਾ ਮਾਹੌਲ ਪੈਦਾ ਕਰਨਾ ਚਾਹੁੰਦੇ ਕਿ ਹੁਣ ਮੁਸਲਿਮ ਤਾਂ ਆਲਰੇਡੀ ਡੈਮੋਨਾਈਜ਼ ਹੋ ਗਏ, ਸਿੱਖਾਂ ਨੂੰ ਵੀ ਡੈਮੋਨਾਈਜ਼ ਕਰੋ। ਔਰ ਜਿੱਦਾਂ ਪਹਿਲਾਂ ਹੋਏ ਵੀ ਹੈ, ਅਸੀਂ ਇਸ ਤਰ੍ਹਾਂ ਵਿਕਟਿਮ ਬਣ ਹੀ ਚੁੱਕੇ ਹਾਂ। ਅਤੇ ਉਹੋ ਜਿਹਾ ਪਾਰਟ ਹੈ। ਔਰ ਸਪੈਸ਼ਲੀ ਉਹਦਾ ਰਿਐਕਸ਼ਨ ਸੀ ਜਦੋਂ ਪਹਿਲਾਂ ਕੁਛ ਜੈਂਟਲਮੈਨ ਹਿੰਦੂ ਸਿੱਖ ਮੁੰਡਿਆਂ ਨੂੰ ਕੁੱਟਦੇ ਫੜੇ ਗਏ ਸੀ, CCTV ਕੈਮਰੇ 'ਚ ਆ ਗਏ ਸੀ, ਤਾਂ ਉਹਦਾ ਰਿਐਕਸ਼ਨ ਬੜਾ ਹੋਇਆ ਸੀ ਇੰਡੀਆ ਵਿੱਚ। ਤਾਂ ਉਹਨੂੰ ਹੈਲਪ ਕਰਨ ਲਈ ਲੋਕੀ ਔਰ ਈਵਨ ਇੰਡੀਅਨ ਓਫੀਸ਼ੀਅਲੀ ਵੀ ਔਰ ਪ੍ਰੋਟੈਸਟ ਕਰ ਰਹੇ ਸੀ। ਗਵਰਨਮੈਂਟ ਆਫ ਇੰਡੀਆ ਦੇ ਕੁਝ ਆਫੀਸ਼ੀਅਲਸ ਵੀ ਬੋਲ ਰਹੇ ਸੀ ਕਿ ਉਹਨਾਂ ਨੂੰ ਗਲਤ ਫੜਿਆ ਗਿਆ। ਲੁੱਕਸ ਲਾਈਕ ਕਿ ਉਸ ਨੂੰ ਕਾਊਂਟਰ ਕਰਨ ਲਈ ਉਹਨਾਂ ਨੇ ਛੋਟਾ ਜਿਹਾ ਆਪਰੇਸ਼ਨ ਕੀਤਾ, ਪਰ ਪਕੜੇ ਗਏ, ਇਹ ਦੂਸਰੀ ਗੱਲ ਹੈ। ਮਗਰ ਜਿੱਥੇ ਇਹੋ ਜਿਹੇ ਲੈਵਲ ਦਾ ਆਪਰੇਸ਼ਨ ਹੁੰਦੇ ਰਹਿਣ, ਤੁਸੀਂ ਇਹੋ ਜਿਹੇ ਝੂਠ 'ਤੇ ਬੇਸ 'ਤੇ ਕਮਿਊਨਿਟੀ ਦਾ ਰਿਲੇਸ਼ਨ ਖਰਾਬ ਕਰਦੇ ਰਹੋ। ਜੋ ਜਾਂ ਤਾਂ ਵਾਈਜ਼ ਲੀਡਰਸ਼ਿਪ ਹੋਵੇ ਦੋਨੋਂ ਕਮਿਊਨਿਟੀਜ਼ ਦੀ, ਤਾਂ ਸ਼ਾਇਦ ਇਹਦਾ ਅਸਰ ਖਤਮ ਹੋਏ। ਬਟ ਜਿੱਦਾਂ ਦੀ ਲੀਡਰਸ਼ਿਪ ਸਾਡੀ ਹੈਗੀ ਹੈ ਦੋਨੋਂ ਕਮਿਊਨਿਟੀਜ਼ ਦੀ, ਇੱਦਾਂ ਦੇ ਛੋਟੇ ਐਕਟਸ ਨਾਲ ਹੀ ਤਾਂ ਰਿਲੇਸ਼ਨ ਖਰਾਬ ਹੁੰਦੇ ਨੇ, ਫਾਈਨਲੀ ਕਿੰਨੀ ਦੂਰ ਤੱਕ ਚਲੇ ਜਾਂਦੇ ਨੇ। ਪਹਿਲਾਂ ਵੀ ਆਪਾਂ 84 ਤੋਂ ਪਹਿਲਾਂ 80 ਵੀ ਦੇਖਿਆ ਸੀ, ਛੋਟੇ ਗਾਵਾਂ ਦੀਆਂ ਪੂੰਛਾਂ ਚਾਰ ਕਿੱਦਾਂ ਦੀ ਛੋਟੀਆਂ ਗੱਲਾਂ, ਕਿਤੇ ਇੱਦਾਂ ਦੀਆਂ ਗੱਲਾਂ ਅਤੇ ਵੱਡੀ ਗੱਲਾਂ ਹੋ ਗਈਆਂ। ਅਤੇ ਉਹੋ ਹੀ ਗੱਲ ਹੁਣ ਕਰਨਾ ਚਾਹੁੰਦੇ ਨੇ। ਹਾਲਾਂਕਿ ਬਾਹਰ ਜਾ ਕੇ ਕਿਹੜਾ ਡਿਫਰੈਂਸ, ਉੱਥੇ ਖੁਸ਼ ਹੁੰਦਾ ਪਾਕਿਸਤਾਨ ਦਾ ਬੰਦਾ ਮਿਲ ਜਾਏ ਤਾਂ ਤੁਹਾਨੂੰ ਹੱਥ ਜੱਫੀ ਪਾਉਣ ਨੂੰ ਦਿਲ ਕਰਦਾ ਹੈ ਕਿ ਘੱਟੋ ਘੱਟ ਪੰਜਾਬੀ ਬੋਲਦਾ ਹੈ, ਤਾਂ ਕਿਹੜਾ ਉੱਥੇ ਡਿਫਰੈਂਸ ਹੋਏਗਾ ਹਿੰਦੂ ਜਾਂ ਸਿੱਖ ਦਾ। ਅਤੇ ਮਗਰ ਐਫਰਟ ਜਾ ਰਹੀ ਹੈ, ਐਫਰਟ ਉਹੀ ਹੈ। ਮਾਈਂਡ ਜਿਹੜਾ ਕ੍ਰਿਮੀਨਲ ਮਾਈਂਡ ਹੈ ਉਹ ਇੱਦਾਂ ਹੀ ਸੋਚਦਾ ਹੈ, ਉਹਨੂੰ ਕੋਈ ਸ਼ਾਂਤੀ ਚੰਗੀ ਨਹੀਂ ਲੱਗਦੀ, ਉਹਨੂੰ ਪਿਆਰ ਮੁਹੱਬਤ ਚੰਗੀ ਲੱਗਦਾ, ਉਹਨੂੰ ਲੜਾਈ ਝਗੜੇ ਵਿੱਚ ਹੀ ਉਹਨੇ ਆਪਣਾ ਕੋਈ ਨਾ ਕੋਈ ਫਾਇਦਾ ਕੱਢਣਾ ਹੁੰਦਾ ਹੈ। ਸੋ ਅਫਸੋਸ ਹੈ ਕਿ ਸਾਡੇ ਇਸ ਵੇਲੇ ਗਵਰਨੈਂਸ ਜਿਹੜੇ ਕਰ ਰਹੇ ਨੇ ਉਹ ਇੱਦਾਂ ਦੇ ਮਾਈਂਡ ਸੈੱਟ ਹੈ। ਔਰ ਇੰਟੈਲੀਜੈਂਸ ਏਜੰਸੀ ਦਾ ਇਹੋ ਜਿਹਾ ਮਾਈਂਡ ਸੈੱਟ ਹੁੰਦਾ, ਦੇ ਡੀਲ ਵਿਦ ਕ੍ਰਾਈਮ। ਮਗਰ ਜਦੋਂ ਤੁਸੀਂ ਆਮ ਬੰਦਿਆਂ ਲਈ ਇਹੋ ਜਿਹੇ ਇਲੈਕਟਰਲ ਬੈਨੀਫਿਟ ਲਈ ਕਰਦੇ ਹੋ, ਸਾਨੂੰ ਲੱਗਦਾ ਕਿ ਇਲੈਕਟਰਲ ਬੈਨੀਫਿਟ ਲਈ ਸਾਰਾ ਕੁਛ ਹੋ ਰਿਹਾ। ਔਰ ਜੇ ਇਲੈਕਟਰਲ ਬੈਨੀਫਿਟ ਲਈ ਉਹ ਦੇਸ਼ ਬੜਾ ਮਹਿੰਗਾ ਕੀਮਤ ਦੇਣੀ ਪੈਂਦੀ ਹੈ, ਅਸੀਂ ਦੇ ਚੁੱਕੇ ਨੇ। ਉਸ ਤੋਂ ਬਾਅਦ ਵੀ ਜੇ ਸਾਡੀ ਗਵਰਨਿੰਗ ਜਿਹੜੀ ਪਾਰਟੀ ਹੈ ਉਹ ਇੱਦਾਂ ਸੋਚਦੀ ਔਰ ਇੱਦਾਂ ਕਰਕੇ ਸੋਚਦੀ ਕਿ ਇੱਦਾਂ ਇਲੈਕਸ਼ਨ ਜਿੱਤਾਂਗੇ, ਉਹਦੇ ਤਾਂ ਫਿਰ ਦੇਸ਼ ਬਰਬਾਦ ਹੋ ਜਾਏਗਾ ਪੂਰਾ। ਬੈਂਸ ਸਾਹਿਬ ਵੀ ਜਿਵੇਂ ਹੁਣ ਦੇਖੀਏ ਕਿ ਪਾਕਿਸਤਾਨ ਦੇ ਨਾਲ ਆਲਰੇਡੀ ਜਿਹੜੇ ਆ ਕਿ ਸੰਬੰਧ ਵਿਗੜੇ ਹੋਏ ਨੇ ਸਰਕਾਰਾਂ ਦੇ, ਜਿਹੜੇ ਕਿ ਇੱਕ ਦੂਜੇ ਦੇ ਤੋਮਤਬਾਜ਼ੀ ਚੱਲਦੀ ਆ। ਉਸ ਤੋਂ ਬਾਅਦ ਹੁਣ ਕੈਨੇਡਾ ਦਾ ਵੀ ਸ਼ੁਰੂ ਹੋ ਗਿਆ ਅਤੇ ਆਸਟ੍ਰੇਲੀਆ ਦੇ ਨਾਲ ਵੀ ਜੋ ਕੁਝ ਚੱਲ ਰਿਹਾ ਆ ਕਿ ਆਉਣ ਵਾਲੇ ਦਿਨਾਂ 'ਚ ਉਹਨਾਂ 'ਤੇ ਵੀ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਵਕਤ ਦੱਸੇਗਾ, ਪਰ ਖਰਾਬ ਹੋਣ ਦੇ ਅਸਾਰ ਜੋ ਕੁਝ ਉੱਥੇ ਹੋਇਆ ਉਹਨੂੰ ਦੇਖ ਕੇ ਲੱਗਦਾ ਆ। ਅਤੇ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਹੀ ਸਰਕਾਰ ਕੀ ਕੁਝ ਕਰ ਸਕੇਗੀ? ਕੀ ਵਾਕਈ ਹੀ ਜਿਹੜੀ ਤਰੀਕੇ ਨਾਲ ਇਹ ਸਰਕਾਰ ਦੁਬਾਰਾ ਆਉਣਾ ਚਾਹੁੰਦੀ ਆ ਉਹ ਆ ਜਾਏਗੀ, ਜਾਂ ਫਿਰ ਲੋਕ ਇਸ ਦੇ ਉਲਟ ਜਿਹੜਾ ਕਿ ਹੋਣਗੇ? ਦੇਖੋ ਕਿੰਨੇ ਜਿੱਦਾਂ ਹੁਣ ਪਾਰਲੀਮੈਂਟ ਸੈਸ਼ਨ ਹੈ, ਹਰ ਚੀਜ਼ ਦੀ ਕਾਸਟ ਲੱਗਦੀ ਹੈ। ਦੇਖੋ ਪਾਰਲੀਮੈਂਟ ਸੈਸ਼ਨ ਰੈਜ਼ਰਵੇਸ਼ਨ ਦੇਣ ਲਈ ਕਰਨਾ ਕਦੋਂ ਹੈ? 2029 ਦੇ ਵਿੱਚ। ਜਿਹੜਾ ਇੰਪੋਰਟੈਂਟ ਕੰਮ ਸੀ ਸੈਂਸਸ, ਕਿੰਨਾ ਇੰਪੋਰਟੈਂਟ ਹੈ, ਡਾਟਾ ਇਕੱਠਾ ਹੁੰਦਾ, ਉਹ ਤੁਸੀਂ ਹਾਲੇ ਤੱਕ ਕੀਤਾ ਨਹੀਂ। ਜਿਹੜਾ ਇੰਨਾ ਇੰਪੋਰਟੈਂਟ ਸੀ, ਜੇ 2021 ਵੀ ਨਹੀਂ ਹੋਇਆ ਤਾਂ 22 'ਚ ਕਰ ਲੈਂਦੇ, 23 ਵਿੱਚ ਕਰ ਲੈਂਦੇ। ਜਿਹੜੀਆਂ ਨੈਸੈਸਰੀ ਐਕਟੀਵਿਟੀ ਜਿਹਦੇ ਨਾਲ ਸਾਨੂੰ ਰੀਅਲ ਪਿਕਚਰ ਲੱਗਦੀ। ਤੁਹਾਡੀ ਸਾਰੀ ਪਲੈਨਿੰਗ ਡਾਟਾ 'ਤੇ ਹੈ, ਤੁਸੀਂ ਡਾਟਾ ਹੀ ਇਕੱਠਾ ਨਹੀਂ ਕਰ ਰਹੇ, ਤੁਸੀਂ ਦੱਸਣਾ ਹੀ ਨਹੀਂ ਚਾਹੁੰਦੇ, ਕਿਉਂਕਿ ਤੁਹਾਨੂੰ ਤਾਂ ਪਤਾ ਹੈ ਕਿ ਹਰ ਚੀਜ਼ ਨੀਚੇ ਗਿਰ ਰਹੀ ਹੈ, ਗਰੀਬ ਵੱਧ ਰਹੇ ਨੇ, ਇਨਕਮ ਘੱਟ ਰਹੀ ਹੈ, ਨੌਕਰੀਆਂ ਘੱਟ ਰਹੀਆਂ। ਅਸੀਂ ਇੰਟਿਊਟਿਵਲੀ ਹੈ, ਬਟ ਜੇ ਕਿਤੇ ਸੈਂਸਸ ਹੋ ਜਾਂਦਾ 2021 ਦਾ 2021 ਦਾ, ਤਾਂ ਇਹ ਚੀਜ਼ਾਂ ਸਾਹਮਣੇ ਆ ਜਾਣੀਆਂ ਸੀ। ਇੱਦਾਂ ਹੀ ਜੇ ਸੈਂਸਸ 2023 ਵਿੱਚ ਕਰਾਉਂਦੇ ਉਹਦੇ ਵਿੱਚ ਵੀ ਸਮਝ ਆ ਜਾਣਾ ਸੀ। ਇਹਨਾਂ ਨੇ ਸੈਂਸਸ ਕਰਾ ਹੀ ਨਹੀਂ ਰਹੇ, ਕਿਉਂਕਿ ਉਹਨਾਂ ਨੂੰ ਤਾਂ ਪਤਾ ਹੈ ਨਾ ਕਿ ਸਾਰਾ ਹਰ ਪੱਖੋਂ ਇੰਡੀਆ ਦਾ
ਇਕਨੋਮਿਕ ਐਂਡ ਸੋਸ਼ਲੀ ਥੱਲੇ ਜਾ ਰਿਹਾ। ਸੋਸ਼ਲੀ ਮੀਨਸ ਕਿ ਜਦੋਂ ਸੋਸ਼ਲ ਹਾਰਮਨੀ ਨਹੀਂ ਹੁੰਦੀ ਕਿਸੇ ਸਮਾਜ 'ਚ, ਉਹਦੇ ਵਿੱਚ ਤੁਸੀਂ ਤਰੱਕੀ ਕਰ ਹੀ ਨਹੀਂ ਸਕਦੇ। ਲੜਾਈ ਝਗੜੇ 'ਚ ਤਰੱਕੀ ਹੁੰਦੀ ਨਾ ਪਰਿਵਾਰ ਦੀ ਹੁੰਦੀ, ਨਾ ਦੇਸ਼ ਦੀ ਹੁੰਦੀ, ਨਾ ਸ਼ਹਿਰ ਦੀ ਹੁੰਦੀ ਆ। ਔਰ ਲੜਾਈ ਝਗੜਾ ਤਾਂ ਹਾਲਮਾਰਕ ਹੈ ਇਸ ਪਾਰਟੀ ਦਾ, ਇਸ ਸਰਕਾਰ ਦਾ। ਜਦੋਂ ਦੇ ਆਇਆ ਸਵਾਏ ਲੜਾਈ ਝਗੜੇ ਤੋਂ ਹੋਰ ਕੁਛ ਨਹੀਂ ਹੋਇਆ ਵਰਥਵਾਈਲ, ਸਵਾਏ ਚੰਦਰਯਾਨ। ਸਰਟਨਲੀ ਉਹ ਇਸਰੋ ਦੀ ਅਚੀਵਮੈਂਟ ਹੈ, ਉਹ ਪ੍ਰਧਾਨ ਮੰਤਰੀ ਦੀ ਅਚੀਵਮੈਂਟ ਥੋੜ੍ਹੀ ਹੈਗੀ। ਅਤੇ ਬੈਂਸ ਸਾਹਿਬ ਵੀ ਸਮਾਂ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ, ਪਰ ਇਹ ਜੋ ਸਾਰਾ ਮਸਲਾ ਚੱਲ ਰਿਹਾ ਹੈ ਹੁਣ ਭਾਰਤ ਕੈਨੇਡਾ ਦਾ ਸ਼ੁਰੂ ਹੋਇਆ ਆ, ਆਪਸ 'ਚ ਤਲਖਬਾਜ਼ੀ ਵੱਧ ਗਈ ਹੈ, ਉਹਦੇ ਵਿੱਚ ਆਮ ਜਨਤਾ ਵੀ ਜਿਹੜੀ ਆ ਕਿ ਪੀਸੀ ਜਾ ਰਹੀ ਹੈ। ਅਤੇ ਜਿਹੜਾ ਮਨੁੱਖੀ ਅਧਿਕਾਰ ਹੈ ਉਹ ਕੀ ਕਹਿੰਦਾ ਹੈ ਮਨੁੱਖੀ, ਕਿਉਂਕਿ ਭਾਰਤ ਇੱਕ ਲੋਕਤੰਤਰ ਦੇਸ਼ ਹੈ। ਕੀ ਲੋਕਤੰਤਰ ਅਤੇ ਮਨੁੱਖੀ ਅਧਿਕਾਰ ਜਿਹੜੇ ਇੱਥੇ ਇਸ ਵਕਤ ਡਟੇ ਹੋਏ ਨੇ, ਕੀ ਉਹ ਪੂਰੇ ਜਿਹੜੇ ਉਹਨਾਂ 'ਤੇ ਉਤਰ ਰਹੇ ਨੇ? ਦੇਖੋ, ਮਨੁੱਖੀ ਅਧਿਕਾਰ ਸ਼ੁਰੂ ਹੁੰਦੇ ਪਹਿਲਾਂ ਮਨੁੱਖਾਂ ਦਾ ਪਿਆਰ ਤਾਂ ਕਰੋ, ਪਹਿਲਾਂ ਮਨੁੱਖਾਂ ਨੂੰ ਇੱਕ ਤਾਂ ਸਮਝੋ, ਬਰਾਬਰ ਦਾ ਸਮਝੋ। ਹੁਣ ਪ੍ਰੋਬਲਮ ਇਹ ਹੈ ਸਾਡਾ ਸਾਰਾ ਜਿਹੜੇ ਹਿੰਦੁਸਤਾਨ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੀ ਇੰਸਪਾਇਰਡ ਬਾਏ ਜਿਹੜਾ ਕਲਾਸੀਕਲ ਪੁਰਾਣ ਐਂਡ ਮਨੁਸਮ੍ਰਿਤੀ ਐਂਡ ਜਿਹੜਾ ਕਿਉਂਕਿ ਜਿਹੜੀ ਤਾਂ ਹੈਗੀ ਹੈ ਇਨਲਾਈਟਨ ਹਿੰਦੂਇਜ਼ਮ, ਉਹਦਾ ਸਪਿਰਿਚੁਅਲ ਹਿੰਦੂਇਜ਼ਮ, ਉਹਦੇ ਤਾਂ ਕੋਈ ਫਰਕ ਹੀ ਨਹੀਂ ਹੈ। ਉਹ ਤਾਂ ਚਾਹੇ ਗੁਰਬਾਣੀ ਸੁਣ ਲਓ, ਚਾਹੇ ਉਹ ਦੇਖ ਲਓ, ਚਾਹੇ ਉਪਨਿਸ਼ਦ ਪੜ੍ਹ ਲਓ, ਕੋਈ ਫਰਕ ਹੀ ਨਹੀਂ ਹੈ। ਐਬਸੋਲੂਟਲੀ ਕੋਈ, ਚਾਹੇ ਬੁੱਧਿਜ਼ਮ ਪੜ੍ਹ ਲਓ, ਕੋਈ ਫਰਕ ਹੀ ਨਹੀਂ ਹੈ। ਪਰ ਜਿਹੜੀ ਸੋਸ਼ਲ ਹਿੰਦੂਇਜ਼ਮ ਕਹਿਣਾ ਮੈਂ, ਜਿਹਦੇ ਨਾਲ ਇਹ ਗਵਰਨੈਂਸ ਕਰਦੇ ਆ, ਜਿਹੜੇ ਸਾਰੇ ਟਰਡੀਸ਼ਨਸ ਹੈ, ਕਸਟਮਸ ਹੈ, ਜਿੰਨਾ ਓਪਰੇਸ਼ਨ ਹੁੰਦਾ ਜਨਾਨੀ ਨੂੰ, ਵੂਮਨ ਨੂੰ ਇੰਨਾ ਲੋ ਸਟੇਟਸ ਕਿੱਦਾਂ ਮਿਲਦਾ, ਇਹ ਸਾਰਿਆਂ ਵਿੱਚ ਇਕੁਐਲਿਟੀ ਮਿਸਿੰਗ ਹੈ। ਜਿੱਥੇ ਇਕੁਐਲਿਟੀ ਨਹੀਂ ਹੈ ਉੱਥੇ ਹਿਊਮਨ ਰਾਈਟਸ ਵਾਇਲੇਸ਼ਨ ਦਾ ਇਨਬਿਲਟ ਹੈ, ਇੰਸਟੀਟਿਊਸ਼ਨਲਾਈਜ਼ਡ ਹੈ। ਹੁਣੇ ਬਾਰ-ਬਾਰ ਮੁਸਲਮਾਨਾਂ ਨੂੰ ਕਿਉਂ ਕਹਿੰਦੇ ਨੇ ਕਿ ਤੁਸੀਂ ਮੰਨੋ ਕਿ ਤੁਸੀਂ ਨੰਬਰ 2 ਸਿਟੀਜ਼ਨ? ਇਹਦਾ ਕਿਆ ਮਤਲਬ? ਤੁਸੀਂ ਸੋਚਦੇ ਨਹੀਂ ਕਿ ਹਰ ਬੰਦਾ ਇੱਕੋ ਹੈ। ਤੁਸੀਂ ਜਿਹੜਾ ਜੰਮਿਆ ਬੰਦਾ ਉਹਨੂੰ ਸਮਝਦੇ ਨਹੀਂ ਹੈ। ਨਾ ਤੁਹਾਡੀ ਥਿਊਰੀ ਕਹਿੰਦੀ ਹੈ ਕਿ ਸਾਰੇ ਇਕੁਅਲ ਹੈ, ਨਾ ਤੁਸੀਂ ਪ੍ਰੈਕਟੀਕਲੀ ਸਭ ਨੂੰ ਇਕੁਅਲ ਹੈ। ਇਸ ਕਰਕੇ ਜਿੱਥੇ ਜਿਹੜਾ ਇਨਬਿਲਟੀ ਡਿਵੀਜ਼ਨ ਹੈ, ਡਿਵੀਜ਼ਨ ਇੰਟੂ ਡਿਫਰੈਂਟ ਛੋਟੇ ਅੱਗੇ ਡਿਵੀਜ਼ਨ ਕਰੀ ਜਾਓ, ਉੱਥੇ ਹਿਊਮਨ ਰਾਈਟਸ ਦਾ ਤਾਂ ਸਤਿਕਾਰ ਕਰਨਾ ਜਾਂ ਉਹਨੂੰ ਇਸਟੈਬਲਿਸ਼ ਕਰਨਾ ਆਲਮੋਸਟ ਇੰਪੋਸੀਬਲ ਹੈ। ਤੁਹਾਨੂੰ ਪਹਿਲਾਂ ਤਾਂ ਅੰਦਰੋਂ ਸੌਫਟਵੇਅਰ ਠੀਕ ਕਰਨਾ ਪੈਂਦਾ ਕਿ ਆਲ ਮੈਨ ਆਰ ਇਕੁਅਲ, ਆਲ ਮੈਨ ਆਰ ਕ੍ਰੀਏਟਡ ਇਕੁਅਲ, ਬੋਰਨ ਇਕੁਅਲ, ਸਭ ਬਰਾਬਰ ਨੇ। ਫਿਰ ਤੁਸੀਂ ਉਹਨਾਂ ਨੂੰ ਹੱਕ ਦਿੰਦੇ ਹੋ ਕਿ ਜੇ ਕੋਈ ਤੁਹਾਨੂੰ ਬਰਾਬਰੀ ਨਹੀਂ ਟਰੀਟ ਕਰਦਾ, ਤੁਸੀਂ ਉਹਨੂੰ ਇਨਫੋਰਸ ਕਰੋ ਥਰੂ ਕੋਰਟ ਸਿਸਟਮ, ਥਰੂ ਸਰਕਾਰ, ਥਰੂ ਪੁਲਿਸ, ਕਿ ਤੁਸੀਂ ਬਰਾਬਰ ਹੋ। ਇਹ ਜਿਹੜਾ ਇਨਬਿਲਟ ਮੈਕੈਨਿਜ਼ਮ ਹੈ ਜਿਹਨੂੰ ਆਪਾਂ ਹਿਊਮਨ ਰਾਈਟਸ ਕਹਿੰਦੇ ਹਾਂ, ਥਰੂ ਦਾ ਇਨਫੋਰਸਮੈਂਟ, ਕਿ ਜਿਹੜੀ ਇਨਹਰੈਂਟ ਪਾਰਟ ਆਫ ਇਕੁਐਲਿਟੀ ਸਾਰੇ ਬੰਦਿਆਂ ਦੀ, ਉਹਨੂੰ ਇਨਫੋਰਸ ਕਰਨਾ, ਉਹਨੂੰ ਆਪਾਂ ਹਿਊਮਨ ਰਾਈਟਸ ਕਹਿੰਦੇ ਹਾਂ। ਇਹੀ ਫਿਲੋਸੋਫੀਕਲੀ ਥਿਓਰੀਟੀਕਲੀ ਹਿੰਦੂਇਜ਼ਮ ਵਿੱਚ ਮਿਸਿੰਗ ਹੈ। ਜਿਹੜਾ ਸਪਿਰਿਚੁਅਲ ਹਿੰਦੂਇਜ਼ਮ ਉਹਦੇ ਤੋਂ ਕੋਈ ਫਰਕ ਹੀ ਨਹੀਂ ਹੈ, ਮਗਰ ਜਿਹੜਾ ਤੁਸੀਂ ਕਹਿੰਦੇ ਜਿਹੜਾ ਪ੍ਰੈਕਟਿਸਿੰਗ ਹਿੰਦੂਇਜ਼ਮ ਹੈ ਉਹਦੇ ਵਿੱਚ ਮਿਸਿੰਗ ਹੈ। ਇਹ ਵੱਡਾ ਕੌਨਫਲਿਕਟ ਹੈ। ਔਰ ਇਸੇ ਕਰਕੇ ਉਹਨਾਂ ਨੂੰ ਜਿਹੜੀ ਇਰੀਟੇਸ਼ਨ ਆਉਂਦੀ, ਕਿਉਂਕਿ ਜਿਹੜਾ ਪ੍ਰੈਕਟਿਸਿੰਗ ਸਿੱਖ ਹੈ ਉਹ ਬਿਲਕੁਲ ਰਿਵਰਸ ਹੈ, ਉਹ ਬਿਲਕੁਲ ਰਿਵੋਲਟ ਹੈ ਇਸ ਪ੍ਰੈਕਟਿਸ ਦੇ। ਸਟਾਰਟਿੰਗ ਫਰੋਮ ਲੰਗਰ ਉਹ ਬਿਲਕੁਲ ਰਿਵਿਲੀਅਨ ਹੈ ਇਸ ਕੰਸੈਪਟ 'ਤੇ। ਅਤੇ ਇਸੇ ਕਰਕੇ ਜਿੱਥੇ ਕੰਸੈਪਟ 'ਤੇ ਫੰਡਾਮੈਂਟਲੀ ਡਿਫਰੈਂਸ ਹੋ, ਤਾਂ ਇਰੀਟੇਸ਼ਨ ਹੋ ਹੀ ਜਾਂਦੀ ਹੈ। ਹਾਲਾਂਕਿ ਇਸ ਸਰਕਾਰ ਨੇ ਬੜੀ ਕੋਸ਼ਿਸ਼ ਕੀਤੀ ਕਿ ਸੋ ਕਾਲ ਸਾਡੇ ਜਿਹੜੇ ਖਾੜਕੂ ਮਿਲੀਟੈਂਟ ਆਊਟਸਾਈਡ ਸਿੱਖ ਹੈ ਉਹਨਾਂ ਨੂੰ, ਪਹਿਲਾਂ ਇਹਨਾਂ ਨੇ ਕਾਫੀ ਦੇਰ ਕੋਸ਼ਿਸ਼ ਕੀਤੀ, ਕਈ ਸਾਲ ਕੋਸ਼ਿਸ਼ ਕਰਦੇ ਰਹੇ, ਕਈਆਂ ਨੂੰ ਲੈ ਕੇ ਵੀ ਆਏ ਡਾਇਲੋਗ ਕਰਨ ਲਈ। ਮਗਰ ਇਹ ਵੀ ਇਕੁਅਲੀ ਟਰੂ ਹੈ ਕਿ ਦੈਨ ਦੇ ਵੈਂਟ, ਉਸ ਤੋਂ ਬਾਅਦ ਜਦੋਂ ਦੇਖਿਆ ਕਿ ਨਹੀਂ ਉਹ ਮੰਨ ਰਹੇ ਤਾਂ ਉਹ ਐਕਸਟ੍ਰੀਮ 'ਤੇ ਆ ਗਏ ਅਤੇ ਅਸੈਸੀਨੇਸ਼ਨ ਤੱਕ ਆ ਗਏ। ਸੋ ਇਹ ਦੋਨੋਂ ਪੱਖ ਇਸ ਸਰਕਾਰ ਦੇ ਹੈਗੇ ਹੈ। ਬਟ ਫੰਡਾਮੈਂਟਲ ਡਿਫਰੈਂਸ ਤਾਂ ਉਹੀ ਹੈ। ਜਦ ਤੱਕ ਤੁਸੀਂ ਇਹ ਨਹੀਂ ਮੰਨਦੇ ਕਿ ਆਲ ਮੈਨ ਆਰ ਕ੍ਰੀਏਟਡ ਇਕੁਅਲ, ਸਾਰੇ ਬੰਦੇ ਬਰਾਬਰ ਹੈ, ਇੱਕੋ ਨੂਰ ਤੋਂ ਸਭ ਕੁਛ ਹੋਇਆ ਹੈ, ਜੰਮਿਆ, ਜਦ ਤੱਕ ਇਹ ਤੁਸੀਂ ਇਹ ਜਿਹੜਾ ਭਗਤੀ ਮੂਵਮੈਂਟ ਦਾ ਕੌਨਫਲਿਕਟ ਹੈ ਜਾਂ ਬੁੱਧਿਜ਼ਮ ਦਾ ਕੌਨਫਲਿਕਟ ਵਿਦ ਕਲਾਸੀਕਲ ਹਿੰਦੂਇਜ਼ਮ ਹੈ, ਉਹਦੇ ਵਿੱਚ ਜਿਹੜੀਆਂ ਸਕੀਮਾਂ ਹੈ, ਇਨਫਿਲਟਰੇਸ਼ਨ ਹੈ, ਇਨਡਾਇਰੈਕਟ ਤਰੀਕੇ ਨਾਲ ਪਾਵਰ ਗ੍ਰੈਬ ਕਰਨੀ ਹੈ, ਜਿਹੜਾ ਕਿ ਇੰਟੈਲੀਜੈਂਸ ਏਜੰਸੀਆਂ ਦਾ ਤਰੀਕਾ ਹੁੰਦਾ, ਉਹ ਬ੍ਰਾਹਮਣਿਕ ਵੇ ਆਫ ਥਿੰਕਿੰਗ ਦਾ ਵੀ ਉਹੀ ਤਰੀਕਾ ਹੈ। ਹਾਊ ਟੂ ਗ੍ਰੈਬ ਪਾਵਰ, ਹਾਊ ਟੂ ਰਿਮੇਨ ਪਾਵਰ, ਹਾਊ ਟੂ ਰਿਟੇਨ ਪਾਵਰ। ਚਾਣਕਿਆ ਨੀਤੀ ਸਿਵਾਏ ਪਾਵਰ ਤੋਂ ਇਲਾਵਾ ਕੁਛ ਹੈ ਹੀ ਨਹੀਂ। ਉਹਦੇ ਵਿੱਚ ਇਨਸਾਫ ਨਹੀਂ ਹੈ, ਜਸਟਿਸ ਨਹੀਂ ਹੈ, ਉਹਦੇ 'ਚ ਕੋਈ ਐਥੀਕਲ ਕੰਟੈਂਪਟ ਨਹੀਂ ਹੈ। ਉਹ ਸਿਵਾਏ ਹਾਊ ਟੂ ਗੇਨ ਐਂਡ ਰਿਟੇਨ ਪਾਵਰ, ਆਲ ਕਾਈਂਡ ਆਫ ਟੈਕਟਿਕਸ ਇਸਤੇਮਾਲ ਕਰਕੇ। ਜਦੋਂ ਰਾਜਨੀਤੀ ਇਸੇ ਲੈਵਲ 'ਤੇ ਆ ਗਈ, ਚਾਣਕਿਆ ਨੀਤੀ ਲੈਵਲ 'ਤੇ ਆ ਗਈ, ਫਿਰ ਉੱਥੇ ਉਹ ਕੰਸੈਪਟ ਜਿਹਨੂੰ ਅਸੀਂ ਰੈਵਰ ਕਰਦੇ, ਜਿਹਦੇ ਲਈ ਅਸੀਂ ਚਾਹੁੰਦੇ ਕਿ ਮਰਨਾ ਵੀ ਜ਼ਰੂਰੀ ਹੈ, ਉਨੇ ਵੱਡੇ ਵੈਲਿਊ ਲਈ ਜੀਣਾ ਕੀ ਹੈ, ਮਰਨ ਲਈ ਵੀ ਤੁਸੀਂ ਤਿਆਰ ਰਹਿਣਾ ਚਾਹੁੰਦਾ, ਉਹ ਕੌਨਫਲਿਕਟ ਰਹਿਣਾ ਹੀ ਰਹਿਣਾ। ਸੋ ਅਨਲੈਸ ਸਾਰਾ ਹਿੰਦੁਸਤਾਨ ਖਾਲਸਾ ਬਣ ਜਾਏਗਾ ਤਾਂ ਕੌਨਫਲਿਕਟ ਖਤਮ ਹੋਏਗਾ, ਜਾਂ ਖਾਲਿਸਤਾਨ ਕਿਤੇ ਹੋਰ ਸ਼ਿਫਟ ਕਰ ਜਾਏਗਾ, ਇਹ ਕੌਨਫਲਿਕਟ ਤਾਂ ਖਤਮ ਹੋਣਾ ਹੈ। ਸੋ ਬਹੁਤ ਬਹੁਤ ਧੰਨਵਾਦ ਐਡਵੋਕੇਟ ਰਾਜਵਿੰਦਰ ਸਿੰਘ ਜੀ ਬੈਂਸ ਕੇ, ਤੁਸੀਂ ਆਪਣਾ ਕੀਮਤੀ ਸਮਾਂ ਦੇ ਕੇ ਸਾਰੀ ਗੱਲਬਾਤ ਕੀਤੀ ਜੋ ਭਾਰਤ ਅਤੇ ਕੈਨੇਡਾ ਦੇ ਵਿੱਚ ਤਲਖਬਾਜ਼ੀ ਵੱਧ ਰਹੀ ਹੈ। ਸੋ ਇਸ ਦੇ ਵਿੱਚ
ਐਡਵੋਕੇਟ ਰਾਜਵਿੰਦਰ ਸਿੰਘ ਜੀ ਬੈਂਸ ਨੇ ਇੱਕ ਬੜਾ ਸਪਸ਼ਟ ਕਰ ਦਿੱਤਾ ਹੈ, ਜੋ ਗੁਰੂ ਸਾਹਿਬ ਦਾ ਫਰਮਾਨ ਹੈ, ਮਾਨਸ ਕੀ ਜਾ ਸਬੈ ਕੇ ਪਹਿਚਾਨ ਬੋ। ਉਹਨਾਂ ਨੇ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖਦੇ ਹੋਏ ਇਹ ਗੱਲ ਕਹੀ ਹੈ ਕਿ ਪਹਿਲੋਂ ਮਨੁੱਖਤਾ ਨੂੰ ਸਾਂਝ ਤਾਂ ਕਰ ਲਿਆ ਜਾਵੇ, ਉਸ ਤੋਂ ਬਾਅਦ ਜਿਹੜੀ ਆ ਕਿ ਬਾਕੀ ਗੱਲ ਹੋ ਸਕਦੀ ਹੈ। ਪਰ ਜੋ ਤਲਖਬਾਜ਼ੀ ਇਸ ਵਕਤ ਵਧੀ ਹੋਈ ਹੈ ਉਹਦੇ ਨਤੀਜੇ ਵੀ ਗੰਭੀਰ ਹੋ ਸਕਦੇ ਨੇ। ਸੋ ਬਾਕੀ ਆਉਣ ਵਾਲਾ ਸਮਾਂ ਦੱਸੇਗਾ। ਦਿਓ ਇਜਾਜ਼ਤ, ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ। ਸਤਿ ਸ੍ਰੀ ਅਕਾਲ।